ਕਈ ਲੋਕ ਕਹਿੰਦੇ ਨੇ ਕਿ 400 ਦੇ ਨੇੜੇ ਤੇੜੇ ਜਿਹੜੀਆਂ ਨੇ ਸ਼ਹੀਦੀਆਂ ਮੋਰਚੇ ਦੇ ਵਿੱਚ ਹੋ ਚੁੱਕੀਆਂ ਨੇ। ਇਸ ਤੋਂ ਬਿਨਾਂ ਕੋਈ ਹੋਰ ਪ੍ਰਾਪਤੀ ਨਹੀਂ ਉਹਨਾਂ ਨੂੰ ਨਜ਼ਰ ਆ ਰਹੀ। ਜੇ ਕਾਲੇ ਕਾਨੂੰਨ ਲਾਗੂ ਹੋ ਜਾਂਦੇ ਆ ਤੇ ਇਹ ਜਿਹੜਾ ਕਿਸਾਨਾਂ ਲਈ ਕਾਲਾ ਦੌਰ ਸ਼ੁਰੂ ਹੋ ਜਾਣਾ, ਕਾਰਪੋਰੇਟ ਘਰਾਣਿਆਂ ਨੇ ਕਾਬਜ ਹੋ ਜਾਣਾ ਇਹਨਾਂ ਦੇ। ਪ੍ਰੋਫੈਸਰ ਸਾਹਿਬ ਨੇ ਸਿੱਧਾ ਇਹ ਇਲਜ਼ਾਮ ਕਿ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਹੋ ਰਿਹਾ। ਸਾਰੀ ਦੁਨੀਆ ਹੀ ਕਹਿ ਰਹੀ ਹੈ। ਰਾਹੁਲ ਗਾਂਧੀ ਦਾ ਬਿਆਨ ਸੁਣ ਲਓ, ਕਿਹਾ ਨਾ ਉਹਨੇ ਲੋਕ ਸਭਾ 'ਚ ਹਮ ਦੋ ਹਮਾਰੇ ਦੋ। ਕੀ ਮਤਲਬ ਸੀ ਉਹਦਾ? ਜੇ ਤੁਸੀਂ ਕਿਸਾਨਾਂ ਲਈ ਕਾਨੂੰਨ ਬਣਾਉਣ ਜਾ ਰਹੇ ਸੀ ਤੁਸੀਂ ਪਹਿਲੇ ਕਿਸਾਨਾਂ ਨਾਲ ਮੀਟਿੰਗ ਤਾਂ ਕਰਦੇ। ਸਰਕਾਰ ਕਹਿੰਦੀ ਕੀਤੀ ਮੀਟਿੰਗ, 10 ਨਾਮ ਹੀ ਦੇ ਦੇਣ ਕਿਸਾਨਾਂ ਦੇ। ਕਿਹੜੇ ਕਿਸਾਨਾਂ ਨਾਲ ਮੀਟਿੰਗ ਕੀਤੀ ਹੈ? ਕਿਹੜੇ ਕਿਸਾਨਾਂ ਨਾਲ ਮੀਟਿੰਗ ਕਰਕੇ ਤੁਸੀਂ ਕਾਨੂੰਨ ਬਣਾਏ ਆ? ਕੀ ਮਜਬੂਰੀ ਆ ਕਿ ਸਰਕਾਰ ਨੂੰ ਜਿਹੇ ਜੋ ਕਿਸਾਨ ਕਹਿ ਰਹੇ ਨੇ ਕਿ ਲੋਕ ਮਾਰੂ ਕਾਨੂੰਨ? ਮੇ ਵੀ ਉਹਨਾਂ ਨੇ ਫੰਡਿੰਗ ਲੈਣੀ ਹੋਵੇ, ਕਿਉਂਕਿ ਅੱਜ ਕੱਲ੍ਹ ਇਹ ਵੀ ਬੜਾ ਚੱਲ ਪਿਆ, ਜੇ ਤੁਸੀਂ ਕਾਰਪੋਰੇਟ ਘਰਾਣੇ ਦੀ ਮਦਦ ਕਰੋਗੇ ਬੈਕ ਹੈਂਡ ਤੋਂ ਤੁਹਾਨੂੰ ਫੰਡ ਦੇਣਗੇ। ਕਿਤੇ ਇਹ ਨੌਜਵਾਨਾਂ ਦਾ ਦੀਪ ਦੀ ਮੁੜ ਤੋਂ ਗ੍ਰਿਫਤਾਰੀ ਨੌਜਵਾਨਾਂ ਦਾ ਹੌਸਲਾ ਤਾਂ ਨਹੀਂ ਤੋੜ ਦੂਗੀ? ਬਿਲਕੁਲ ਨਹੀਂ ਜੀ। ਕੈਪਟਨ ਸਾਹਿਬ ਦਾ ਰੋਲ ਇਸ ਮਸਲੇ ਦੇ ਵਿੱਚ ਇੰਨਾ ਠੰਡਾ ਕਿਉਂ? ਉਹ ਸ਼ੱਕ ਦੇ ਘੇਰੇ 'ਚ ਤਾਂ ਆਉਂਦਾ ਹੀ ਹੈ। ਜਦੋਂ ਆਪਾਂ ਕੈਪਟਨ ਸਾਹਿਬ ਚੁੱਪ ਬੈਠੇ ਨੇ, ਪੰਜਾਬ ਦੇ ਨੌਜਵਾਨਾਂ ਨੂੰ ਚੱਕਿਆ ਜਾ ਰਿਹਾ, ਕੁੱਟਿਆ ਜਾ ਰਿਹਾ, ਤਸ਼ੱਦਦ ਢਾਈ ਜਾ ਰਹੀ ਹੈ ਹੈ ਪੰਜਾਬ ਦੇ ਨੌਜਵਾਨਾਂ ਤੇ ਸਾਡਾ ਪੰਜਾਬ ਦਾ ਮੁਖੀ ਚੁੱਪ ਬੈਠੇ, ਦੁੱਖ ਲੱਗਦਾ। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰਾਈਡ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ। ਮੈਂ ਸੰਸਾਰਦੀਪ ਸਿੰਘ। ਇਸ ਟਾਈਮ ਅਸੀਂ ਮੌਜੂਦ ਹਾਂ ਜੀ ਲੁਧਿਆਣਾ ਸ਼ਹਿਰ ਦੇ ਵਿੱਚ। ਕਿਸਾਨੀ ਸੰਘਰਸ਼ ਨੂੰ ਤਕਰੀਬਨ ਦੋਸਤੋ 5 ਮਹੀਨੇ ਹੋਣ ਵਾਲੇ ਨੇ। ਸੰਘਰਸ਼ ਨੂੰ ਹਲੇ ਤੱਕ ਚੜ੍ਹਦੀ ਕਲਾ ਦੇ ਵਿੱਚ ਜੇ ਆਪਾਂ ਗੱਲ ਕਰੀਏ ਪਹੁੰਚਾਉਣ ਦੇ ਵਿੱਚ ਨੌਜਵਾਨ ਵਰਗ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਆ। ਚਾਹੇ ਉਹ ਕਿਸਾਨ ਆਗੂਆਂ ਨੂੰ, ਕਿਸਾਨ ਲੀਡਰਸ਼ਿਪ ਨੂੰ ਦਿੱਲੀ ਤੱਕ ਪਹੁੰਚਾਉਣਾ ਹੋਵੇ, ਬੈਰੀਕੇਡਿੰਗ ਪੁਲਿਸ ਵੱਲੋਂ ਲਗਾਈ ਗਈ ਜੋ ਉਹਨੂੰ ਤੋੜਨ ਦੇ ਵਿੱਚ ਜਿਹੜਾ ਨੌਜਵਾਨਾਂ ਦਾ ਬਹੁਤ ਵੱਡਾ ਰੋਲ। ਪਰ ਕੁਝ ਘਟਨਾਵਾਂ ਇੱਦਾਂ ਦੀਆਂ ਹੋਈਆਂ, ਨੌਜਵਾਨਾਂ ਦੇ ਆਗੂ ਮੰਨੇ ਜਾਂਦੇ ਕੁਝ ਲੀਡਰਸ, ਨੌਜਵਾਨ ਆਗੂ, ਉਹਨਾਂ ਨੂੰ ਸਾਈਡਲਾਈਨ ਕਰ ਦਿੱਤਾ ਗਿਆ। ਜਿਹੜੇ ਉਸ ਦੇ ਦੋਸ਼ ਲੱਗੇ ਉਹ ਕਿਸਾਨ ਆਗੂਆਂ 'ਤੇ ਲੱਗੇ। ਕੁਝ ਨੌਜਵਾਨ ਜਿਹੜੇ ਨੇ ਕਿਸਾਨ ਆਗੂਆਂ ਦੀ ਹਮਾਇਤ ਦੇ ਵਿੱਚ ਆਏ, ਕੁਝ ਨੌਜਵਾਨ ਉਹਨਾਂ 2 ਨੌਜਵਾਨ ਲੀਡਰਾਂ ਦੇ ਹਮਾਇਤ ਦੇ ਵਿੱਚ ਆਏ। ਨੌਜਵਾਨਾਂ ਦੇ ਵਿੱਚ ਨਿਰਾਸ਼ਾ ਵੀ ਹੋਈ ਕਿ ਅਸੀਂ ਨੇ ਸੰਘਰਸ਼ ਨੂੰ ਸਿਰੇ ਤੱਕ ਪਹੁੰਚਾਇਆ ਪਰ ਸਾਨੂੰ ਹੀ ਜਿਹੜਾ ਨਿਰਾਸ਼ ਕਰਦੇ ਨੇ ਕਿਸਾਨ ਆਗੂਆਂ ਦੇ ਵੱਡੇ ਦੋਸ਼ ਨੌਜਵਾਨਾਂ ਨੇ ਲਗਾਏ। ਸਾਡੇ ਨਾਲ ਕਿਸਾਨ ਸੰਘਰਸ਼ ਦੇ ਉੱਪਰ ਅੱਜ ਵਿਚਾਰ ਚਰਚਾ ਕਰਨ ਦੇ ਲਈ ਪ੍ਰੋਫੈਸਰ ਕੋਮਲ ਗੁਰਨੂਰ, ਜੋ ਹਰ ਮੁੱਦੇ 'ਤੇ ਬੇਬਾਕ ਹੋ ਕੇ ਬੋਲਦੇ ਨੇ, ਹਰ ਮੁੱਦੇ 'ਤੇ ਖੁੱਲ੍ਹ ਕੇ ਬੋਲਦੇ ਨੇ, ਚਾਹੇ ਉਹ ਸਿਆਸਤ ਹੋਵੇ ਚਾਹੇ ਖੇਤੀ ਹੋਵੇ। ਸਾਡੇ ਨਾਲ ਚਰਚਾ ਕਰਨ ਦੇ ਲਈ ਪ੍ਰੋਫੈਸਰ ਸਾਹਿਬ ਮੌਜੂਦ ਨੇ। ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਖੇਤੀਬਾੜੀ ਸੰਘਰਸ਼ ਤੇ ਇਹਨਾਂ ਦੀਆਂ ਪ੍ਰਾਪਤੀਆਂ ਤੇ ਪ੍ਰੋਫੈਸਰ ਸਾਹਿਬ ਦੇ ਵਿਚਾਰ ਲੈਂਦੇ ਹਾਂ। ਆਓ ਜੀ ਪਹਿਲਾਂ ਪ੍ਰੋਫੈਸਰ ਸਾਹਿਬ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸੰਸਾਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਫੈਸਰ ਸਾਹਿਬ, ਸੰਘਰਸ਼ ਸ਼ੁਰੂ ਹੋਏ ਨੂੰ ਦਿੱਲੀ ਦੀਆਂ ਬਰੂਹਾਂ ਤੇ 26 ਨਵੰਬਰ ਤੋਂ ਆਪਾਂ ਗੱਲ ਕਰੀਏ, ਤਕਰੀਬਨ ਜਿਹੜੇ 5 ਮਹੀਨੇ ਹੋਣ ਵਾਲੇ ਨੇ, ਕਿੱਥੇ ਸਟੈਂਡ ਕਰ ਰਿਹਾ ਅੱਜ ਦੇ ਟਾਈਮ ਦਾ ਸੰਘਰਸ਼? ਦੇਖੋ ਜੀ, ਸਾਡਾ ਜਿਹੜਾ ਕਿਸਾਨੀ ਘੋਲ ਆ ਚੜ੍ਹਦੀ ਕਲਾ 'ਚ ਇਸ ਵੇਲੇ, ਅਤੇ ਚੜ੍ਹਦੀ ਕਲਾ 'ਚ ਹੀ ਰਹੂਗਾ ਜਦੋਂ ਤੱਕ ਕਿਸਾਨ ਜਿੱਤ ਕੇ ਨਹੀਂ ਆਉਂਦੇ। ਵੈਸੇ ਇੱਥੇ ਜਿੱਤ ਨਾਲੋਂ ਨਾ ਸਰਕਾਰ ਦੀ ਜਿੱਤ ਮੈਂ ਤਾਂ ਕਹੂੰਗਾ ਜੇ ਸਰਕਾਰ ਕਿਸਾਨਾਂ ਦੀ ਗੱਲ ਮੰਨ ਲੇ, ਕਿਉਂਕਿ ਸਰਕਾਰ ਲੋਕਾਂ ਲਈ ਹੁੰਦੀ ਆ। ਇਹ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਜੇ ਤੁਸੀਂ ਕਾਨੂੰਨ ਬਣਾਏ ਆ, ਜੇ ਕਿਸਾਨਾਂ ਨੂੰ ਨਹੀਂ ਪ੍ਰਵਾਨ ਤਾਂ ਤੁਸੀਂ ਵਾਪਸ ਲਓ। ਤੁਸੀਂ ਇਸ ਵੇਲੇ ਲੋਕਤੰਤਰ ਦਾ ਘਾਣ ਕਰ ਰਹੇ ਹੋ, ਡੈਮੋਕ੍ਰੇਸੀ ਦਾ ਘਾਣ ਕਰ ਰਹੇ ਹੋ। ਅਤੇ ਸਰਕਾਰ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਜਿਹੜਾ ਲੋਕਾਂ ਦਾ ਵਿਸ਼ਵਾਸ ਹੈ ਨਾ ਇਸ ਜਮਹੂਰੀਅਤ 'ਤੇ, ਤੁਹਾਡੇ ਜਿੱਦਾਂ ਤੁਹਾਡਾ ਵਰਤਾਵ ਚੱਲ ਰਿਹਾ 5 ਮਹੀਨੇ ਤੋਂ ਤੁਸੀਂ ਕਿਸਾਨਾਂ ਨੂੰ ਬਿਠਾ ਕੇ ਰੱਖਿਆ ਹੋਇਆ, ਬੇਘਰ ਹੋ ਕੇ ਬੈਠੇ ਨੇ, ਆਪਣਾ ਘਰ-ਬਾਰ ਛੱਡ ਕੇ, ਸਾਰਾ ਕੁਝ ਘਰ-ਬਾਰ ਛੱਡ ਕੇ, ਕਾਰੋਬਾਰ ਛੱਡ ਕੇ, ਜੇ ਵੱਢਣ ਦਾ ਟਾਈਮ ਸੀ ਇਸ ਵੇਲੇ ਫਸਲ ਦਾ, ਛੱਡ ਕੇ ਬੈਠੇ ਨੇ। ਅਤੇ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦੀ ਸਮੱਸਿਆਵਾਂ ਦਾ ਹੱਲ ਕਰੋ। ਪ੍ਰੋਫੈਸਰ ਸਾਹਿਬ, ਕਈ ਲੋਕ ਕਹਿੰਦੇ ਨੇ ਕਿ 400 ਦੇ ਨੇੜੇ ਤੇੜੇ ਜਿਹੜੀਆਂ ਨੇ ਸ਼ਹੀਦੀਆਂ ਮੋਰਚੇ ਦੇ ਵਿੱਚ ਹੋ ਚੁੱਕੀਆਂ ਨੇ। ਇਸ ਤੋਂ ਬਿਨਾਂ ਕੋਈ ਹੋਰ ਪ੍ਰਾਪਤੀ ਨਹੀਂ ਉਹਨਾਂ ਨੂੰ ਨਜ਼ਰ ਆ ਰਹੀ। ਪ੍ਰੋਫੈਸਰ ਗੁਰਨੂਰ ਕੀ ਕਹਿੰਦੇ ਨੇ? ਦੇਖੋ ਜੀ, ਬਹੁਤ ਮੰਦਭਾਗਾ ਕਿ ਸਾਡੇ ਜਿਹੜੇ 400 ਕਿਸਾਨ ਸ਼ਹੀਦ ਹੋ ਗਏ ਇਸ ਅੰਦੋਲਨ ਦੇ ਵਿੱਚ, ਅਤੇ ਇਹ ਤੱਕ ਸਰਕਾਰਾਂ ਨੂੰ ਦਰਦ ਨਜ਼ਰ ਨਹੀਂ ਆ ਰਿਹਾ। ਇਹਨਾਂ ਲੋਕਾਂ ਨੇ ਹੀ ਵੋਟਾਂ ਪਾ ਕੇ ਤੁਹਾਡੀ ਸਰਕਾਰ ਬਣਾਈ ਹੈ, ਅੱਜ ਤੁਸੀਂ ਉਹਨਾਂ ਦੀ ਜਾਨ ਲੈਣ 'ਤੇ ਆ ਗਏ। ਇਹ ਜਿਹੜੇ ਕਿਸਾਨਾਂ ਦੀ ਹੈ ਉਹਨਾਂ ਦੀ ਪਹਿਚਾਣ ਦੀ ਗੱਲ ਆ, ਉਹਨਾਂ ਦੀ ਹੋਂਦ ਦੀ ਗੱਲ ਹੈ। ਜੇ ਕਾਲੇ ਕਾਨੂੰਨ ਲਾਗੂ ਹੋ ਜਾਂਦੇ ਆ ਤੇ ਇਹ ਜਿਹੜਾ ਕਿਸਾਨਾਂ ਲਈ ਕਾਲਾ ਦੌਰ ਸ਼ੁਰੂ ਹੋ ਜਾਣਾ, ਕਾਰਪੋਰੇਟ ਘਰਾਣਿਆਂ ਨੇ ਕਾਬਜ ਹੋ ਜਾਣਾ ਇਹਨਾਂ ਦੇ। ਅੱਜ ਜਿਹੜੀਆਂ ਕਾਰਪੋਰੇਟ ਘਰਾਣੇ ਕਿਹੜੇ? ਕੁਝ ਨਾਮ ਇੰਡਸਟਰੀਜ਼ ਦਾ ਉਹਨਾਂ ਦਾ ਲੈ ਸਕਦੇ ਹੋ? ਜੱਗ ਜ਼ਾਹਿਰ ਹੈ ਜੀ, ਨਾਮ ਲੈ ਦਿਓ। ਦੋ ਟੱਬਰ ਸ਼ਰੇਆਮ ਅੰਬਾਨੀ ਅਡਾਨੀ, ਉਹਨਾਂ ਦੇ ਇਸ਼ਾਰੇ 'ਤੇ ਹੀ ਕੰਮ ਹੋ ਰਿਹਾ। ਪ੍ਰਾਈਮ ਮਿਨਿਸਟਰ ਤੁਸੀਂ ਕਹਿ ਰਹੇ ਹੋ ਕਿਉਂਕਿ ਇੱਕ ਸਰਕਾਰ ਦਾ ਲੀਡਰ ਜਿਹੜਾ ਆਪਣੀ ਦਾ ਪ੍ਰਾਈਮ ਮਿਨਿਸਟਰ ਆ। ਹਾਂਜੀ। ਪ੍ਰੋਫੈਸਰ ਸਾਹਿਬ ਨੇ ਸਿੱਧਾ ਇਹ ਇਲਜ਼ਾਮ ਕਿ ਉਹਨਾਂ ਦੇ ਇਸ਼ਾਰਿਆਂ 'ਤੇ ਕੰਮ ਹੋ ਰਿਹਾ, ਸਿੱਧਾ ਨਰਿੰਦਰ ਮੋਦੀ ਜੋ ਆਪਣੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ 'ਤੇ ਲਗਾਤਾ। ਇਹ ਇਕੱਲਾ ਮੈਂ ਤਾਂ ਨਹੀਂ ਕਹਿ ਰਿਹਾ, ਸਾਰੀ ਦੁਨੀਆ ਹੀ ਕਹਿ ਰਹੀ ਹੈ। ਰਾਹੁਲ ਗਾਂਧੀ ਦਾ ਬਿਆਨ ਸੁਣ ਲਓ,
ਕਿਹਾ ਨਾ ਉਹਨੇ ਲੋਕ ਸਭਾ 'ਚ ਹਮ ਦੋ ਹਮਾਰੇ ਦੋ, ਕੀ ਮਤਲਬ ਸੀ ਉਹਦਾ? ਇਹ ਤਾਂ ਸਾਰੇ ਜਿੰਨੇ ਵੀ ਲੋਕ ਨੇ ਸਾਰਿਆਂ ਨੂੰ ਹੀ ਪਤਾ ਹੈ ਕਿਹਦੇ ਇਸ਼ਾਰੇ ਤੇ ਕੰਮ ਹੋ ਰਿਹਾ ਹੈ, ਤੇ ਇਹ ਜੱਗ ਜ਼ਾਹਿਰ ਹੋ ਚੁੱਕਾ ਹੈ ਤੇ ਇਹਦੇ ਤੋਂ ਭੱਜ ਨਹੀਂ ਸਕਦੇ। 5 ਮਹੀਨੇ ਜਿਹੜਾ ਸੰਘਰਸ਼ ਚੱਲਦੇ ਨੂੰ ਦਿੱਲੀ ਦੇ ਵਿੱਚ ਹੋਣ ਵਾਲੇ ਨੇ, ਉਸ ਤੋਂ ਪਹਿਲਾਂ 2-2.5 ਮਹੀਨੇ ਜਿਹੜਾ ਪੰਜਾਬ ਦੀਆਂ ਬਰੂਹਾਂ ਦੇ ਉੱਪਰ, ਪੰਜਾਬ ਦੇ ਰੋਡਸ ਦੇ ਉੱਪਰ, ਪੰਜਾਬ ਦੇ ਰੇਲਵੇ ਟਰੈਕਸ ਦੇ ਉੱਪਰ ਸੰਘਰਸ਼ ਕੀਤਾ। ਬਿਲਕੁਲ। ਜ਼ਿੰਮੇਵਾਰ ਕੌਣ ਕਿ ਕਿਸਾਨਾਂ ਨੂੰ ਅੱਜ ਜਿਹੜਾ ਆਪਣੇ ਘਰ-ਬਾਰ ਛੱਡ ਕੇ, ਤੁਸੀਂ ਪਹਿਲਾਂ ਜ਼ਿਕਰ ਕੀਤਾ, ਸੜਕਾਂ ਦੇ ਉੱਪਰ ਬੈਠਣਾ ਪੈ ਗਿਆ। ਪਹਿਲਾਂ ਠੰਡ ਸਾਰੀ ਆਪਣੇ ਪਿੰਡਿਆਂ ਤੇ ਹੰਢਾਈ, ਹੁਣ ਗਰਮੀ ਦਾ ਦੌਰ ਜਿਹੜਾ ਸ਼ੁਰੂ ਹੋ ਗਿਆ। ਦੇਖੋ, ਲੋਕਤੰਤਰ ਦੀ ਬੇਸਿਕ ਪਰਿਭਾਸ਼ਾ ਹੀ ਹੈ, ਜੇ ਤੁਸੀਂ ਲੋਕਾਂ ਲਈ ਕਾਨੂੰਨ ਬਣਾ ਰਹੇ ਹੋ ਨਾ, ਤੇ ਪਹਿਲੇ ਲੋਕਾਂ ਨੂੰ ਉਹਦੇ 'ਚ ਭਰੋਸੇ 'ਚ ਲੈ ਕੇ ਆਓ। ਜੇ ਤੁਸੀਂ ਕਿਸਾਨਾਂ ਲਈ ਕਾਨੂੰਨ ਬਣਾਉਣ ਜਾ ਰਹੇ ਸੀ, ਤੁਸੀਂ ਪਹਿਲੇ ਕਿਸਾਨਾਂ ਨਾਲ ਮੀਟਿੰਗ ਤਾਂ ਕਰਦੇ। ਸਰਕਾਰ ਕਹਿੰਦੀ ਕੀਤੀ ਮੀਟਿੰਗ, ਕਹਿੰਦੇ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਨੇ ਮੀਟਿੰਗ ਕੀਤੀ, ਕਿਸਾਨਾਂ ਨੂੰ ਭਰੋਸੇ 'ਚ ਲੈ ਕੇ ਹੀ ਇਹ ਕਾਨੂੰਨ ਬਣਾਏ ਗਏ। ਹੁਣ ਇਹ ਪਤਾ ਨਹੀਂ ਕਿੱਥੇ ਤੋਂ ਕਿਸਾਨ ਆ ਗਏ ਉੱਠ। ਦੱਸੋ ਨਾ ਕਿਹੜੇ ਕਿਸਾਨਾਂ ਨਾਲ ਕੀਤੀ ਆ? ਸਰਕਾਰ ਨੂੰ ਪੁੱਛੋ। ਇਹ ਤਾਂ ਤੁਸੀਂ ਪੁੱਛਣਾ ਨਾ, ਇਹ ਤਾਂ ਮੀਡੀਆ ਵਾਲਿਆਂ ਨੇ ਪੁੱਛਣਾ। ਤੁਸੀਂ ਪੁੱਛੋ ਜਿਹੜੇ ਸਰਕਾਰ ਦੇ ਨੁਮਾਇੰਦੇ ਕਹਿੰਦੇ ਆ ਕਿ ਅਸੀਂ ਕਿਸਾਨਾਂ ਨਾਲ ਮੀਟਿੰਗ ਕੀਤੀ ਹੈ, ਦੱਸੋ ਹੁਣ ਕਿ 10 ਨਾਮ ਵੀ ਦੇ ਦੇਣ ਕਿਸਾਨਾਂ ਦੇ, ਕਿਹੜੇ ਕਿਸਾਨਾਂ ਨਾਲ ਮੀਟਿੰਗ ਕੀਤੀ ਹੈ, ਕਿਹੜੇ ਕਿਸਾਨਾਂ ਨਾਲ ਮੀਟਿੰਗ ਕਰਕੇ ਤੁਸੀਂ ਇਹ ਕਾਨੂੰਨ ਬਣਾਏ ਆ। ਇਹ ਸਿਰਫ ਤੁਸੀਂ ਕਹਿ ਲਓ ਕਿ ਧੱਕੇ ਨਾਲ, ਡਿਕਟੇਟਰਸ਼ਿਪ ਰਾਹੀਂ ਇਹ ਕਾਨੂੰਨ ਥੋਪੇ ਗਏ ਆ ਕਿਸਾਨਾਂ ਦੇ ਉੱਪਰ। ਮਜਬੂਰੀ ਕੀ ਆ? ਤੁਸੀਂ ਕਿਹਾ ਕਿ ਕੋਈ ਵੀ ਕਾਨੂੰਨ ਬਣਦਾ ਹੈ ਲੋਕਾਂ ਨੂੰ ਪੁੱਛਣਾ ਚਾਹੀਦਾ ਉਹਦੇ ਬਾਰੇ ਕਿ ਤੁਹਾਨੂੰ ਇਹ ਕਾਨੂੰਨ ਦੀ ਜ਼ਰੂਰਤ ਹੈ ਜਾਂ ਨਹੀਂ। ਹਾਂਜੀ। ਕੀ ਮਜਬੂਰੀ ਆ ਕਿ ਸਰਕਾਰ ਨੂੰ ਜਿਹੇ ਜੋ ਕਿਸਾਨ ਕਹਿ ਰਹੇ ਨੇ ਕਿ ਲੋਕ ਮਾਰੂ ਕਾਨੂੰਨ, ਹਾਂਜੀ, ਕਿਉਂ ਬਣਾਉਣੇ ਪਏ? ਇਹ ਤਾਂ ਸਰਕਾਰ ਹੀ ਜਵਾਬ ਦੇ ਸਕਦੀ ਹੈ। ਮੇ ਬੀ ਉਹਨਾਂ ਨੇ ਫੰਡਿੰਗ ਲੈਣੀ ਹੋਵੇ, ਕਿਉਂਕਿ ਅੱਜ ਕੱਲ੍ਹ ਇਹ ਵੀ ਬੜਾ ਚੱਲ ਪਿਆ, ਜੇ ਤੁਸੀਂ ਕਾਰਪੋਰੇਟ ਘਰਾਣੇ ਦੀ ਮਦਦ ਕਰੋਗੇ ਬੈਕ ਹੈਂਡ ਤੋਂ ਤੁਹਾਨੂੰ ਫੰਡ ਦੇਣਗੇ। ਇਹ ਵੀ ਅੱਜ ਕੱਲ੍ਹ ਚੱਲ ਪਿਆ। ਕੀ ਪਤਾ ਇਹੀ ਨਾ ਸਟ੍ਰੈਟਜੀ ਹੋਵੇ ਕਿ ਮੋਟੇ ਫੰਡ ਲੈਣੇ ਹੋਣ ਤੇ ਜਿਹਦੇ ਕਰਕੇ ਦੇਸ਼ ਨੂੰ ਵੇਚਿਆ ਜਾ ਰਿਹਾ। ਦੱਸੋ ਕਿਹੜਾ ਅਦਾਰਾ ਰਹਿ ਗਿਆ? ਕੁਛ ਅਦਾਰੇ ਰਹਿ ਗਏ, ਬਾਕੀ ਤਾਂ ਸਾਰਾ ਕੁਛ ਹੀ ਵੇਚਤਾ। ਤੇ ਇੱਦਾਂ ਲੋਕਾਂ ਦੀ ਤਰੱਕੀ ਹੋ ਜੂਗੀ? ਇੱਦਾਂ ਤਾਂ ਲੋਕਾਂ ਨੂੰ ਤੁਸੀਂ ਗੁਲਾਮ ਬਣਾਉਣ ਜਾ ਰਹੇ ਹੋ। ਰਿਲਾਇੰਸ ਦੇ ਹੈੱਡ ਨੇ ਮੁਕੇਸ਼ ਅੰਬਾਨੀ, ਉਹਨਾਂ ਨੇ ਕਿਹਾ ਕਿ ਖੇਤੀਬਾੜੀ ਸੈਕਟਰ ਦੇ ਵਿੱਚ ਸਾਡਾ ਕੋਈ ਵੀ ਹਲੇ ਇਰਾਦਾ ਨਹੀਂ ਕਿ ਨਿਵੇਸ਼ ਕਰਨ ਦਾ, ਸਾਨੂੰ ਧੱਕੇ ਨਾਲ ਬਦਨਾਮ ਕੀਤਾ ਜਾ ਰਿਹਾ। ਕੁਝ ਕਾਂਗਰਸ ਦੇ ਏਜੰਟ ਹੋਣ ਦੇ ਵੀ ਕਿਸਾਨਾਂ ਦੇ ਉੱਪਰ ਇਲਜ਼ਾਮ ਲਗਾਏ ਕਿ ਇੱਕ ਪੋਲੀਟੀਕਲ ਪਾਰਟੀ ਦੀ ਸਪੋਰਟ ਦੇ ਨਾਲ ਜਿਹੜਾ ਇਹ ਅੰਦੋਲਨ ਚੱਲ ਰਿਹਾ। ਲੋਕਡਾਊਨ 'ਚ ਜੇ ਤੁਸੀਂ ਧਿਆਨ ਦਿੱਤਾ ਹੋਊਗਾ, GDP ਆਈ ਸੀ ਮਾਈਨਸ 'ਚ ਚਲੀ ਗਈ ਸੀ 23% ਤੇ ਸਿਰਫ ਇੱਕ ਐਗਰੀਕਲਚਰ ਕਿੱਤਾ ਇੱਦਾਂ ਦਾ ਸੀ ਜਿਹਦੇ 'ਚ ਪਲੱਸ 'ਚ ਰਹੀ ਸੀ GDP। ਠੀਕ ਹੈ ਨਾ, ਸਿਰਫ ਐਗਰੀਕਲਚਰ ਪਲੱਸ 'ਚ ਰਹੀ ਸੀ GDP ਤੇ ਬਾਕੀ ਸਾਰਾ ਕੁਝ ਡਾਊਨਫੋਲ ਹੋ ਗਿਆ ਸੀ। ਉਦੋਂ ਹੀ ਸਾਰਿਆਂ ਨੂੰ ਨਜ਼ਰ ਆ ਗਿਆ ਸੀ ਕਿ ਹੁਣ ਐਗਰੀਕਲਚਰ 'ਤੇ ਵੀ ਕਾਬਜ਼ ਬਣਿਆ ਜਾਵੇ। ਇਹ ਤਾਂ ਚਾਲਾਂ ਚੱਲ ਰਿਹਾ, ਦੂਰ ਅੰਦੇਸ਼ੀ ਵਾਲੀ ਹੈ। ਇਹ ਤੁਸੀਂ ਕਹਿ ਲਓ ਸਪਲਾਈ ਐਂਡ ਡਿਮਾਂਡ ਕੰਟਰੋਲ ਕਰਨਾ ਚਾਹੁੰਦੇ ਨੇ। ਜਦੋਂ ਇਹ ਕੰਟਰੋਲ ਹੋ ਗਿਆ, ਮਹਿੰਗਾਈ ਵੱਧ ਜਾਣੀ ਹੈ। ਇਹ ਤਾਂ ਮੈਂ ਸਾਰੇ ਵਰਗ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ, ਇਹ ਇਕੱਲਾ ਕਿਸਾਨ ਲਈ ਮਾਰੂ ਕਾਨੂੰਨ ਨਹੀਂ ਹੈ, ਇਹ ਲੋਕ ਮਾਰੂ ਕਾਨੂੰਨ ਹੈ। ਇਹ ਸਾਰੇ ਵਰਗ ਦੇ ਲੋਕ ਇਹਦੇ 'ਚ ਪੀੜਿਤ ਬਣਨਗੇ, ਕਾਰੋਬਾਰ ਖਤਮ ਹੋ ਜਾਣੇ, ਇਨਫਲੇਸ਼ਨ ਇੰਨੀ ਵੱਧ ਜਾਣੀ ਹੈ। ਇਹ ਸਾਨੂੰ ਸੋਚਣ ਦੀ ਲੋੜ ਹੈ। ਨਾਲੇ ਜਿਹੜਾ ਕਹਿੰਦੇ ਆ ਫ੍ਰੀ ਮਾਰਕੀਟ ਸਿਸਟਮ ਲਿਆਉਣਾ, ਇਹ ਅਮਰੀਕਾ 'ਚ ਮਾਡਲ ਆਲਰੇਡੀ ਫੇਲ ਹੋ ਚੁੱਕਾ ਹੈ। ਯੂਰੋਪੀਅਨ ਕੰਟਰੀਜ਼ 'ਚ ਇਹ ਜਿਹੜਾ ਮਾਡਲ ਹੈ ਇਹ ਫ੍ਰੀ ਮਾਰਕੀਟ ਵਾਲਾ ਫੇਲ ਹੋ ਚੁੱਕਿਆ। ਨਾਲੇ ਇਹਨਾਂ ਦਾ ਨਾਰਾ ਸੀ ਕਿ ਵਨ ਨੇਸ਼ਨ ਵਨ ਮਾਰਕੀਟ ਅਸੀਂ ਬਣਾਉਣਾ ਚਾਹੁੰਦੇ ਹਾਂ, ਹੈ ਨਾ। ਇਹ ਕਹਿੰਦੇ ਅਸੀਂ APMC ਐਕਟ ਵੀ ਨਹੀਂ ਖਤਮ ਕਰਾਂਗੇ ਤੇ ਨਾਲ ਅਸੀਂ ਪ੍ਰਾਈਵੇਟ ਪਲੇਅਰਸ ਨੂੰ ਵੀ ਪਰਮਿਸ਼ਨ ਦੇ ਦਾਂਗੇ ਕਿ ਤੁਸੀਂ ਆਪਣੀ ਮੰਡੀ ਲਾ ਲਓ। ਫਿਰ ਵਨ ਮਾਰਕੀਟ ਦਾ ਕਿੱਥੇ ਹੋ ਗਿਆ? ਇਹ ਤਾਂ ਆਪਣੀ ਗੱਲ ਦੀ ਕੰਟਰਾਡਿਕਟ ਕਰ ਗਏ। ਇਹ ਤਾਂ ਤੁਸੀਂ 2 ਮਾਰਕੀਟਸ ਦੀਆਂ ਆਪਸ਼ਨ ਦੇਤੀਆਂ ਤੇ 2 ਮਾਰਕੀਟ 'ਚ ਤੁਹਾਨੂੰ ਵੀ ਪਤਾ ਹੈ ਜਦੋਂ ਜੀਓ ਨਵਾਂ ਆਇਆ ਉਹਨੇ ਫ੍ਰੀ 'ਚ ਸਕੀਮਾਂ ਦੇਤੀਆਂ, ਲੋਕ ਉੱਧਰ ਨੂੰ ਸ਼ਿਫਟ ਹੋਏ, ਅੱਜ ਰੇਟ ਚੱਕਤੇ। ਇਹਨਾਂ ਨੇ ਵੀ ਜਦੋਂ ਪ੍ਰਾਈਵੇਟ ਪਲੇਅਰਸ ਨੇ ਐਂਟਰੀ ਕਰਨੀ ਆ ਨਾ, ਮੰਡੀਆਂ ਲਗਾਉਣੀਆਂ, ਉਹਨਾਂ ਨੇ ਪਹਿਲੇ ਸ਼ੁਰੂ 'ਚ ਮੁੱਲ ਜ਼ਿਆਦਾ ਹੀ ਦੇਣਾ ਕਿਸਾਨਾਂ ਨੂੰ। 2-4 ਸਾਲ ਖੁਸ਼ ਕਰਨਗੇ। ਜਦੋਂ ਸਰਕਾਰੀ ਮੰਡੀਆਂ 'ਚ ਕੋਈ ਕਿਸਾਨ ਨਹੀਂ ਜਾਊਗਾ ਆਪਣੀ ਫਸਲ ਵੇਚਣ ਤੇ APMC ਖਤਮ ਹੋ ਜਾਊਗਾ, ਕੋਲੈਪਸ ਕਰ ਜਾਊਗਾ। ਜਿਸ ਦਿਨ APMC ਕੋਲੈਪਸ ਕਰ ਗਿਆ ਉਦੋਂ ਇਹਨਾਂ ਦੀ ਮੋਨੋਪੋਲੀ ਸ਼ੁਰੂ ਹੋ ਜਾਣੀ ਆ ਪ੍ਰਾਈਵੇਟ ਪਲੇਅਰਸ ਦੀ। ਇਹ ਕਿਸਾਨਾਂ ਨੂੰ ਨਜ਼ਰ ਆ ਰਿਹਾ। ਭਾਰਤ ਸਰਕਾਰ ਦੇ ਕਾਫੀ ਮੰਤਰੀਆਂ ਵੱਲੋਂ ਕਿਹਾ ਗਿਆ ਕਿ ਕਿਸਾਨ ਜਿਹੜਾ ਇੰਨਾ ਪੜ੍ਹਿਆ ਲਿਖਿਆ ਨਹੀਂ ਕਿ ਉਹਨਾਂ ਨੂੰ ਇਹਨਾਂ ਕਾਨੂੰਨਾਂ ਦੀ ਸਮਝ ਆ ਜਾਵੇ, ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇੱਕ ਵਾਰੀ ਇਹ ਕਾਨੂੰਨ ਨਰਿੰਦਰ ਮੋਦੀ ਜੀ ਨੇ ਕਿਹਾ, ਪ੍ਰਧਾਨ ਮੰਤਰੀ ਸਾਹਿਬ ਨੇ, ਕਿ ਇੱਕ ਵਾਰੀ ਇਹ ਕਾਨੂੰਨ ਲਾਗੂ ਕਰਵਾ ਕੇ ਦੇਖੋ, ਜੇ ਤੁਹਾਨੂੰ ਨਹੀਂ ਫਾਇਦਾ ਲੱਗੂਗਾ ਤਾਂ ਅਸੀਂ ਇਹ ਕਾਨੂੰਨ ਵਾਪਸ ਲੈ ਲਾਂਗੇ। ਤਾਂ ਫਿਰ ਦਿੱਕਤ ਕੀ ਆ? ਜੇ 1.5 ਜਾਂ 2 ਸਾਲ ਵਾਸਤੇ ਮੋਦੀ ਸਾਹਿਬ ਇਹਦੇ ਰਾਜੀ ਵੀ ਹੋ ਗਏ ਸੀ ਕਿ ਇਹ ਕਾਨੂੰਨ ਜਿਹੜੇ ਨੇ ਸਟੇ ਲਗਾ ਦਿੱਤੀ ਜਾਵੇ। ਜਿਹੜੇ ਸੂਬੇ ਦੇ ਕਿਸਾਨ ਵਿਰੋਧ ਕਰ ਰਿਹਾ ਉਹਨਾਂ ਨੂੰ ਐਗਜ਼ੈਂਪਟ ਕਰਕੇ ਬਾਕੀ ਸੂਬਿਆਂ 'ਤੇ ਲਾਗੂ ਕਰ ਦੇਣ, ਆਪਾਂ ਰਿਜ਼ਲਟ ਦੇਖ ਲਾਂਗੇ ਕਿ ਉੱਥੇ ਕਿੰਨਾ ਕੁ ਰਿਜ਼ਲਟ ਨਿਕਲਦਾ ਇਹਨਾਂ ਕਾਨੂੰਨਾਂ ਦਾ। ਜਿਹੜੇ ਕਿਸਾਨ ਵਿਰੋਧ ਕਰ ਰਿਹਾ ਤੁਸੀਂ ਉਹਨਾਂ ਦੀ ਮੰਗ ਸੁਣ ਲਓ, ਕਿਉਂ ਨਹੀਂ ਸੁਣਦੇ? ਇਹ ਤਾਂ ਅਸੀਂ ਮੰਗ ਕਰ ਰਹੇ ਹਾਂ ਨਾ। ਮੈਂ ਕਹਿੰਦਾ ਚਲੋ ਜਿਹੜੇ ਇਹਨਾਂ ਦਾ ਗੁਜਰਾਤ ਹੈ, ਇਹ ਕਹਿੰਦੇ ਸਾਡੇ ਗੁਜਰਾਤ ਦੇ ਕਿਸਾਨ ਖੁਸ਼ ਨੇ ਇਸ ਕਾਨੂੰਨ ਤੋਂ। ਜਿਹੜੇ ਵੀ 2-4 ਸੂਬਿਆਂ ਦੀ ਗੱਲ ਕਰਦੇ ਉੱਥੇ ਪਹਿਲੇ ਲਾਗੂ ਕਰਾ ਲੈਣ,
ਬਾਕੀ ਕਿਸਾਨ ਦੇਖ ਲੈਣਗੇ, ਰਿਜ਼ਲਟ ਦੇਖ ਲੈਣਗੇ। ਜੇ ਉਹਨਾਂ ਨੂੰ ਲੱਗਿਆ ਵਾਕਈ ਉੱਥੇ ਰਿਜ਼ਲਟ ਚੰਗਾ ਨਿਕਲਿਆ ਇਹਨਾਂ ਕਾਨੂੰਨਾਂ ਦਾ, ਫਿਰ ਪੰਜਾਬ ਜਾਂ ਹਰਿਆਣਾ, ਯੂਪੀ ਦੇ ਜਿੰਨੇ ਵੀ ਕਿਸਾਨ ਬੈਠੇ ਨੇ ਸਾਰੇ ਦੇਸ਼ ਭਰ 'ਚ, ਉਹ ਵੀ ਫਿਰ ਵਿਚਾਰ ਕਰ ਲੈਣਗੇ। ਇਹ ਤਾਂ ਧੱਕੇ ਨਾਲ ਕਿਉਂ ਥੋਪ ਰਿਹਾ ਹੈ? ਇਹ ਤਾਂ ਧੱਕੇ ਨਾਲ ਥੋਪਿਆ ਜਾ ਰਿਹਾ ਕਾਨੂੰਨ ਜੀ। ਬਾਈ 22 ਜਾਂ 23 ਜਨਵਰੀ ਨੂੰ ਜਿਹੜੀ ਕਿਸਾਨ ਆਗੂਆਂ ਦੀ ਮੀਟਿੰਗ ਆਖਰੀ ਸਰਕਾਰ ਦੇ ਨਾਲ ਹੁੰਦੀ ਆ, ਹਾਂਜੀ ਤਕਰੀਬਨ 3-3.5 ਮਹੀਨੇ ਹੋ ਗਏ, ਕੋਈ ਮੀਟਿੰਗ ਨਹੀਂ ਹੋ ਰਹੀ। ਹਾਂਜੀ ਕਿਸਾਨ ਬੇਸਬਰੀ ਦੇ ਨਾਲ, ਜੇ ਆਪਾਂ ਪਿੰਡਾਂ ਦੇ ਵਿੱਚ ਗੱਲ ਕਰੀਏ ਜਾਂ ਹੋਰ ਪਰਿਵਾਰਾਂ ਦੇ ਨਾਲ ਗੱਲ ਕਰੀਏ, ਬੇਸਬਰੀ ਦੇ ਨਾਲ ਉਡੀਕ ਰਹੇ ਨੇ ਕਿ ਮੀਟਿੰਗ ਕਦੋਂ ਹੋਊਗੀ। ਕੀ ਕਾਰਨ ਆ ਜਿਹੜਾ ਇੰਨਾ ਲੰਬਾ ਸਮਾਂ ਮੀਟਿੰਗ ਦੇ ਲਈ ਪਾਇਆ ਜਾ ਰਿਹਾ? ਦੇਖੋ, ਬਹੁਤ ਦੁੱਖ ਦੀ ਗੱਲ ਹੈ ਕਿ ਸਰਕਾਰ ਨੂੰ ਪਤਾ ਹੈ ਕਿ ਸਾਡੇ ਜਿਹੜੇ ਲੋਕ ਨੇ, ਦੇਸ਼ ਦੇ ਲੋਕ ਬਾਰਡਰ ਤੇ ਬੈਠੇ ਨੇ, ਤੇ ਆਪਾਂ ਉਹਨਾਂ ਦੀ ਆਵਾਜ਼ ਨੂੰ ਸੁਣੀਏ। ਪਰ ਸਾਡੀ ਜਿਹੜੀ ਸਾਡੀ ਸਰਕਾਰ ਹੁਣ ਬੋਲੀ ਹੋ ਗਈ, ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਕਿ ਸਾਡੇ ਜਿਹੜੇ ਉੱਥੇ ਕਿਸਾਨ ਭਰਾ ਸ਼ਹੀਦ ਹੋ ਰਹੇ ਨੇ, ਉਹਨਾਂ ਦੇ ਦਰਦ ਨੂੰ ਸਮਝੋ। ਸਰਕਾਰਾਂ ਨੇ ਨਹੀਂ ਦਰਦ ਸਮਝਣਾ ਸੰਸਾਰ ਜੀ, ਫਿਰ ਕਿੰਨੇ ਸਮਝਣਾ ਦਰਦ, ਦੱਸੋ ਤਾਂ ਸਹੀ। ਪੰਜਾਬ ਸਰਕਾਰ ਦੇ ਰੋਲ ਦੀ ਕਿਸਾਨੀ ਸੰਘਰਸ਼ ਦੇ ਵਿੱਚ ਗੱਲ ਕਰੀਏ, ਕੈਪਟਨ ਸਾਹਿਬ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਕਿਸਾਨਾਂ ਦੇ ਨਾਲ ਖੜਾ, ਜਿੱਥੇ ਲੋੜ ਪਊਗੀ ਕਿਸਾਨ ਮੈਨੂੰ ਆਵਾਜ਼ ਦੇਣ, ਮੈਂ ਹਾਜ਼ਰ ਹੋਊਂਗਾ। ਕਿੰਨੀ ਕੁ ਸੱਚਾਈ? ਜਿਹੜੇ ਬੰਦੇ ਨੇ ਕਿਸਾਨਾਂ ਨਾਲ ਖੜਨਾ ਨਾ, ਉਹਨੂੰ ਸੱਦੇ ਦੀ ਲੋੜ ਨਹੀਂ, ਉਹਨੇ ਆਪ ਹੀ ਖੜ ਜਾਣਾ ਜਾ ਕੇ। ਠੀਕ ਹੈ, ਇਹ ਤਾਂ ਜਿਹੜੀ ਪੰਜਾਬ ਦੀ ਲੀਡਰਸ਼ਿਪ ਆ ਨਾ, ਇਹਨਾਂ ਨੂੰ ਦਬਾਅ ਪਾਉਣਾ ਚਾਹੀਦਾ ਕੇਂਦਰ ਦੀ ਸਰਕਾਰ 'ਤੇ ਕਿ ਸਾਡੇ ਕਿਸਾਨਾਂ ਦਾ ਮਸਲਾ ਹੱਲ ਕਰੋ। ਇਹਨਾਂ ਨੂੰ ਵੀ ਬਾਹਰ ਲਾ ਲੈਂਦੇ ਧਰਨਾ। ਜ਼ਰੂਰੀ ਹੈ ਤੁਸੀਂ ਕਿ ਸਿਰਫ ਸਿਆਸਤਦਾਨ ਬਣ ਕੇ ਜਾਣਾ, ਆਮ ਕਿਸਾਨ ਦੇ ਪੁੱਤ ਬਣ ਕੇ ਚੱਲ ਜਾਓ, ਕਿਸਾਨ ਬਣ ਕੇ ਚੱਲ ਜਾਓ, ਬੈਠ ਜਾਓ ਉੱਥੇ ਨਾਲ। ਕਿਉਂ ਨਹੀਂ ਬੈਠਦੇ? ਇਹ ਤਾਂ ਜਿਹੜੀ ਪੰਜਾਬ ਸਰਕਾਰ ਹੈ, ਇਹਨਾਂ ਨੂੰ ਵੀ ਸੋਚਣ ਦੀ ਲੋੜ ਆ। ਪਰ ਇਹ ਹੈ ਨਾ, ਇੱਥੇ ਸਿਰਫ ਵੋਟ ਬੈਂਕ ਪੋਲੀਟਿਕਸ ਚੱਲ ਰਹੀ ਆ, ਦਰਦ ਕਿਸੇ ਨੂੰ ਵੀ ਨਹੀਂ ਹੈਗਾ ਅੰਦਰ ਖਾਤੇ। ਜੇ ਕਿਸਾਨ ਬਣ ਕੇ ਚਲੇ ਜਾਓ ਤਾਂ ਫਿਰ ਕੁੱਟਮਾਰ ਹੋ ਜਾਂਦੀ ਆ। ਮਲੌਟ ਦੇ ਵਿੱਚ ਹੋ ਗਈ, ਇੱਕ ਹੋਰ ਵੀਡੀਓ ਸਾਹਮਣੇ ਆਈ, ਬੀਜੇਪੀ ਦੇ ਲੀਡਰ ਜਿਹੜੇ ਨੇ ਉਹ ਭੱਜ ਕੇ ਆਪਣੀ ਜਾਨ ਬਚਾ ਰਹੇ ਨੇ। ਫਿਰ ਕਿਸ ਤਰ੍ਹਾਂ ਉਹ ਆਪਣੇ ਆਪ ਨੂੰ ਸਿਕਿਉਰ ਮਹਿਸੂਸ ਕਿਸ ਤਰ੍ਹਾਂ ਕਰਨਗੇ? ਦੇਖੋ ਜੀ, ਫਿਰ ਇਹੀ ਚੰਗਾ ਕਿਰਦਾਰ ਰੱਖਣ। ਜੇ ਆਪਣੇ ਲੀਡਰ ਚੰਗਾ ਕਿਰਦਾਰ ਰੱਖਣ, ਚੰਗੇ ਕਰਮ ਕਰਨ, ਠੀਕ ਹੈ ਨਾ, ਆਪਣਾ ਜਿਹੜੀ ਸ਼ਖਸੀਅਤ ਹੈ ਇਮਾਨਦਾਰੀ ਵਾਲੀ ਰੱਖਣ, ਤਾਂ ਕਿਹੜਾ ਬੰਦਾ ਵਿਰੋਧ ਕਰੂਗਾ? ਕੋਈ ਵੀ ਨਹੀਂ ਕਰਾਂਗਾ। ਇਹਨਾਂ ਦੇ ਤਾਂ ਆਪਣੇ ਕਿਰਦਾਰ ਤੇ ਦਾਗ ਆਪ ਹੀ ਲਵਾਇਆ ਨਾ। ਹੁਣ ਭਾਜਪਾ ਦੇ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ, ਕਿਉਂ ਨਹੀਂ ਖੜੀ ਪੰਜਾਬ ਦੇ ਲੋਕਾਂ ਨਾਲ? ਜਦੋਂ ਉਹਨਾਂ ਨੂੰ ਪਤਾ ਸਾਰੇ ਪੰਜਾਬ ਦੇ ਲੋਕ ਇਕੱਠੇ ਹੋ ਗਏ ਇਸ ਮੁੱਦੇ ਤੇ, ਕਿਉਂ ਪੰਜਾਬ ਦੀ ਭਾਜਪਾ ਦੀ ਲੀਡਰਸ਼ਿਪ ਇਕੱਠੀ ਨਹੀਂ ਹੋਈ? ਇਹ ਤੁਸੀਂ ਕੇਂਦਰ ਦੀ ਸਰਕਾਰ ਦੇ ਇਸ਼ਾਰੇ ਤੇ ਬਿਆਨ ਦੇਈ ਜਾਂਦੇ ਪੁੱਠੇ ਸਿੱਧੇ। ਇੱਕ ਵੀ ਬਿਆਨ ਦੱਸੋ ਇਹਨਾਂ ਨੇ ਕੋਈ ਚੱਜ ਦਾ ਬਿਆਨ ਦਿੱਤਾ ਹੋਏ ਪੰਜਾਬ ਦੇ ਲੋਕਾਂ ਲਈ? ਕਦੇ ਅਰਬਨ ਨਕਸਲੇਟ, ਕਦੇ ਅੱਤਵਾਦੀ, ਕਦੇ ਖਾਲਿਸਤਾਨੀ, ਇਹੋ ਜਿਹੇ ਤਾਂ ਬਿਆਨ ਦਿੰਦੇ ਨੇ। ਬਾਈ ਨੌਜਵਾਨੀ ਦੀ ਗੱਲ ਕਰੀਏ, ਜ਼ਿਆਦਾਤਰ ਇਹ ਕਿਹਾ ਜਾਂਦਾ ਕਿ ਨੌਜਵਾਨਾਂ ਵੱਲੋਂ ਪਹੁੰਚਾਇਆ ਗਿਆ ਦਿੱਲੀ ਤੱਕ ਜਿਹੜੇ ਕਿਸਾਨ ਆਗੂਆਂ ਨੂੰ, ਕਿਸਾਨ ਜਥੇਬੰਦੀਆਂ ਨੂੰ। ਕੀ ਦੇਖਦੇ ਹੋ ਨੌਜਵਾਨਾਂ ਦਾ ਉਹ ਪਹੁੰਚਾਉਣ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਰੋਲ ਇਸ ਸੰਘਰਸ਼ ਦੇ ਵਿੱਚ? ਦੇਖੋ, ਨੌਜਵਾਨ ਨਾਲ ਖੜਾ, ਮੋਢੇ ਨਾਲ ਮੋਢਾ ਲਾ ਕੇ ਖੜਾ। ਨੌਜਵਾਨ ਜਿਹੜਾ ਸੰਘਰਸ਼ ਕਰ ਰਿਹਾ ਇਸ ਅੰਦੋਲਨ 'ਚ ਅੱਜ ਵੀ ਖੜਾ, ਡਟ ਕੇ ਖੜਾ। ਪਰ ਕਿਤੇ ਨਾ ਕਿਤੇ ਨਿਰਾਸ਼ਾ ਵੀ ਪਾਈ ਜਾ ਰਹੀ ਆ, ਕਿਉਂਕਿ ਜੇ ਦੋ ਵੱਡੇ ਨਾਮ ਜਿਹੜੇ ਇਸ ਸੰਘਰਸ਼ ਦੇ ਵਿੱਚ ਨਿਕਲ ਕੇ ਸਾਹਮਣੇ ਆਏ, ਦੀਪ ਸਿੱਧੂ ਜੋ ਬਾਲੀਵੁੱਡ ਦੇ ਇੱਕ ਸਥਾਪਿਤ ਐਕਟਰ ਨੇ, ਪੰਜਾਬੀ ਆਪਣੇ ਇੰਡਸਟਰੀ ਦੇ ਵਿੱਚ ਵੀ ਚੰਗਾ ਨਾਮ, ਲੱਖਾ ਸਿਧਾਣਾ ਜੋ ਪਹਿਲਾਂ ਚਲੋ ਉਹਨਾਂ ਦਾ ਬੈਕਗਰਾਊਂਡ ਕੁਝ ਹੋਰ ਸੀ, ਇੱਕ ਹੋਰ ਲੈਵਲ ਤੇ ਸੀ, ਪਰ ਹੁਣ ਉਹ ਇੱਕ ਸਮਾਜ ਸੇਵੀ ਦੇ ਤੌਰ ਤੇ ਉੱਭਰੇ ਨੇ, ਇੱਕ ਕਿਸਾਨ ਲੀਡਰ ਦੇ ਤੌਰ ਤੇ ਵੀ ਨੌਜਵਾਨਾਂ ਦੇ ਵਿੱਚ ਉੱਭਰੇ ਨੇ। ਨੌਜਵਾਨਾਂ ਵੱਲੋਂ ਇਲਜ਼ਾਮ ਲਗਾਇਆ ਕਿ ਉਹਨਾਂ ਨੂੰ ਸਾਈਡਲਾਈਨ ਕਰ ਦਿੱਤਾ ਗਿਆ। ਦੇਖੋ, ਇਸ ਵੇਲੇ ਗੱਲ ਪਤਾ ਕੀ ਹੈ, ਇਸ ਵੇਲੇ ਇਹ ਗੱਲ ਨਹੀਂ ਕਿ ਕਿਹੜਾ ਉੱਭਰ ਰਿਹਾ, ਕਿਹੜਾ ਥੱਲੇ ਜਾ ਰਿਹਾ। ਇਹ ਗੱਲ ਹੈ ਸਾਡੇ ਜਜ਼ਬਾਤਾਂ ਦੀ, ਇਹ ਗੱਲ ਆ ਸਾਡੀ ਹੋਂਦ ਦੀ, ਇਹ ਗੱਲ ਆ ਸਾਡੀ ਪਹਿਚਾਣ ਦੀ, ਇਹ ਗੱਲ ਆ ਸਾਡੀ ਜਵਾਨੀ ਦੀ, ਇਹ ਗੱਲ ਆ ਸਾਡੀ ਕਿਸਾਨੀ ਦੀ, ਇਹ ਗੱਲ ਆ ਸਾਡੇ ਪੰਜਾਬ ਦੀ। ਤੇ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਆ ਨਾ, ਤੇ ਉਹਦੇ ਪੰਜਾਬ ਦੇ ਸਾਰੇ ਲੋਕ ਸ਼ਾਮਿਲ ਹੁੰਦੇ ਨੇ। ਇਹ ਇਸ ਵੇਲੇ ਏਕੇ ਦੀ ਲੋੜ ਸੀ। ਜਦੋਂ ਮੈਂ ਮੀਡੀਆ ਵਾਲਿਆਂ ਨੂੰ ਵੀ ਕਹਿਣਾ ਚਾਹੁੰਦਾ, ਬੇਨਤੀ ਕਰਨਾ ਚਾਹੁੰਦਾ, ਜਦੋਂ ਤੁਸੀਂ ਡਿਫਰੈਂਸ਼ੀਏਟ ਕਰ ਦਿੰਦੇ ਹੋ ਨਾ ਕਿ ਬਜ਼ੁਰਗਾਂ ਦਾ ਧੜਾ ਅੱਡ, ਨੌਜਵਾਨਾਂ ਦਾ ਧੜਾ ਅੱਡ, ਉਹਦੇ ਨਾਲ ਵੀ ਨੈਗੇਟਿਵਿਟੀ ਫੈਲਦੀ ਹੈ। ਤੁਸੀਂ ਕਹੋ ਆਈ ਪੰਜਾਬ ਦੇ ਲੋਕ ਸਾਰੇ ਇਕੱਠੇ ਆ। ਜੇ ਅੱਜ ਪੰਜਾਬ ਦੀ ਨੌਜਵਾਨੀ, ਪੰਜਾਬ ਦੇ ਬਜ਼ੁਰਗ ਸਾਰੇ ਇਕੱਠੇ ਨੇ। ਹੁਣ ਦੇਖੋ, ਜਿਹੜੇ ਹਰਦੀਪ ਸਿੰਘ ਡਿਬਡਿਬਾ ਜੀ, ਜਿਨ੍ਹਾਂ ਦਾ ਪੋਤਰਾ ਸਰਦਾਰ ਨਵਰੀਤ ਸਿੰਘ ਜਿਹੜਾ ਸ਼ਹੀਦ ਹੋ ਗਿਆ, ਪਰ ਉਹਨਾਂ ਨੇ ਸ਼ਹੀਦ ਹੋਣ ਤੇ ਬਾਵਜੂਦ ਵੀ ਆਪਣਾ ਹੌਸਲਾ ਨਹੀਂ ਛੱਡਿਆ। ਅੱਜ ਵੀ ਕਿਸਾਨੀ ਅੰਦੋਲਨ 'ਚ ਆਪਣਾ ਪੂਰਾ ਯੋਗਦਾਨ ਪਾ ਰਹੇ ਨੇ। ਅਸੀਂ ਸਲੂਟ ਕਰਦੇ ਹਾਂ, ਸਲਾਮ ਕਰਦੇ ਹਾਂ ਇਹੋ ਜਿਹੀ ਸੋਚ ਨੂੰ, ਇਹੋ ਜਿਹੇ ਕਿਰਦਾਰ ਨੂੰ। ਜਦੋਂ ਸਾਡੀਆਂ ਬਜ਼ੁਰਗ ਮਾਤਾਵਾਂ ਇਹ ਕਹਿੰਦੀਆਂ ਨਾ ਕਿ ਅਸੀਂ ਕਫਨ ਪਾ ਕੇ ਆਪਣੇ ਝੋਲੇ 'ਚ ਪਾ ਕੇ ਨਿਕਲੀਆਂ ਇਸ ਅੰਦੋਲਨ 'ਚ, ਤੇ ਇਹੋ ਜਿਹਾ ਸਾਡਾ ਵਿਰਸਾ, ਸਾਡਾ ਪਿਛੋਕੜ, ਸਾਨੂੰ ਇਹੋ ਜਿਹੇ ਬਜ਼ੁਰਗਾਂ ਦਾ ਆਸ਼ੀਰਵਾਦ ਹੋਵੇ ਤਾਂ ਨੌਜਵਾਨ ਪਿੱਛੇ ਕਿਵੇਂ ਰਹਿ ਜਾਊਗਾ? ਇਹ ਨੌਜਵਾਨ, ਬਜ਼ੁਰਗ, ਕਿਸਾਨ, ਸਾਰੇ ਵਰਗ ਦੇ ਲੋਕ ਇਸ ਵੇਲੇ ਇਕੱਠੇ ਨੇ।
ਇਹ ਸਿਰਫ ਮੀਡੀਆ ਜਿਹੜੀ ਆ ਗੋਦੀ ਮੀਡੀਆ ਆਪਾਂ ਨਾਮ ਦਿੱਤਾ ਹੋਇਆ, ਇਹਨਾਂ ਨੇ ਪ੍ਰੋਪੇਗੈਂਡਾ ਚਲਾਇਆ ਕਿ ਲੋਕਾਂ ਦੇ ਵਿੱਚ ਪਾੜਾ ਪਾਇਆ ਜਾਵੇ, ਪਰ ਉਹ ਕਾਮਯਾਬ ਨਹੀਂ ਹੋ ਸਕਦੇ। ਦੀਪ ਸਿੱਧੂ ਦਾ ਇੱਥੇ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ। ਘਟਨਾਕ੍ਰਮ ਜੋ ਹੋਇਆ ਦੀਪ ਦਾ, ਲਾਲ ਕਿਲ੍ਹੇ ਵਾਲੀ, ਚਲੋ ਘਟਨਾ ਆਪਾਂ ਹੁਣ ਉਹ ਨਾ ਹੀ ਛੇੜੀਏ, ਪਰ ਉਸ ਕੇਸ ਦੇ ਵਿੱਚ ਜਿਹੜੀ ਦੀਪ ਨੂੰ ਜ਼ਮਾਨਤ ਮਿਲ ਗਈ, ਪਰ ਫਿਰ ਚੋਰੀ ਦਾ ਕੇਸ ਪਾ ਕੇ ਲਾਲ ਕਿਲ੍ਹੇ ਦੇ ਉੱਪਰ ਦੀਪ ਦੇ ਉੱਪਰ ਇਲਜ਼ਾਮ ਲਗਾ ਕੇ ਦਿੱਲੀ ਪੁਲਿਸ ਨੇ ਜਿਹੜਾ ਉਹਨਾਂ ਨੂੰ ਫੇਰ ਅਰੈਸਟ ਕਰ ਲਿਆ। ਕਿੱਥੇ ਤਾਂ ਨੌਜਵਾਨਾਂ ਦੇ ਵਿੱਚ ਸਵੇਰੇ ਖੁਸ਼ੀ ਸੀ, ਸ਼ਾਮ ਹੁੰਦੇ ਹੁੰਦੇ ਨਿਰਾਸ਼ਾ ਦਾ ਆਲਮ ਜਿਹੜਾ ਨੌਜਵਾਨ ਵਰਗ ਦੇ ਵਿੱਚ ਫੈਲ ਗਿਆ। ਕਿਤੇ ਇਹ ਨੌਜਵਾਨਾਂ ਦਾ, ਦੀਪ ਦੀ ਮੁੜ ਤੋਂ ਗ੍ਰਿਫਤਾਰੀ ਨੌਜਵਾਨਾਂ ਦਾ ਹੌਸਲਾ ਤਾਂ ਨਹੀਂ ਤੋੜ ਦੂਗੀ? ਬਿਲਕੁਲ ਨਹੀਂ ਜੀ। ਇਹ ਤਾਂ ਦੇਖੋ ਕਿ ਅਸੀਂ ਕਿਸ ਕੌਮ ਦੇ ਵਾਰਿਸ ਹਾਂ। ਚੜ੍ਹਦੀ ਕਲਾ ਦਾ ਪ੍ਰਤੀਕ, ਬੇਇਨਸਾਫੀ ਦੇ ਖਿਲਾਫ ਲੜਨਾ, ਜ਼ੁਲਮ ਦੇ ਖਿਲਾਫ ਲੜਨਾ, ਠੀਕ ਹੈ ਨਾ, ਇਹ ਸਾਡੀ ਪਹਿਚਾਣ ਹੈ। ਤੇ ਜੇ ਦੀਪ ਸਿੱਧੂ ਕਿਸਾਨੀ ਅੰਦੋਲਨ 'ਚ ਉਹਨੇ ਜੇ ਆਪਣਾ ਪੂਰਾ ਸਹਿਯੋਗ ਦਿੱਤਾ ਤੇ ਸਾਰੇ ਪੰਜਾਬ ਦੇ ਲੋਕ ਨਾਲ ਖੜੇ ਨੇ। ਇਹ ਤਾਂ ਸਿਰਫ ਗੋਦੀ ਮੀਡੀਆ ਰਾਹੀਂ ਪ੍ਰਚਾਰ ਇਸ ਢੰਗ ਨਾਲ ਕੀਤਾ ਗਿਆ ਕਿ ਸਾਡੇ ਮੂੰਹ ਦੇ ਵਿੱਚ ਧੱਕੇ ਨਾਲ ਸ਼ਬਦ ਪਾਏ ਗਏ। ਉੱਥੇ ਕੋਈ ਤੁਸੀਂ ਕਹਿ ਲਓ ਕਿ ਕੋਈ ਅਪਮਾਨ ਨਹੀਂ ਹੋਇਆ ਤਿਰੰਗੇ ਦਾ। ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ ਉਸ ਤਿਰੰਗੇ ਦੇ ਸਨਮਾਨ ਲਈ, ਤੇ ਅਸੀਂ ਲੋਕ ਕਿਵੇਂ ਅਪਮਾਨ ਕਰ ਦਾਂਗੇ? ਇਹ ਤਾਂ ਸਿਰਫ ਇੱਕ ਪ੍ਰੋਪੇਗੈਂਡਾ, ਇੱਕ ਮੀਡੀਆ 'ਚ ਨਾ ਇਹ ਵੈਸੇ ਸ਼ੁਰੂ ਤੋਂ ਹੀ ਸਾਜ਼ਿਸ਼ ਚੱਲ ਰਹੀ ਹੈ ਕਿ ਇਸ ਅੰਦੋਲਨ ਨੂੰ ਕਮਜ਼ੋਰ ਕਿਵੇਂ ਕੀਤਾ ਜਾਏ। ਇਹ ਸਿਰਫ ਕਮਜ਼ੋਰ ਕਰਨ ਕਰਕੇ ਉਹਨਾਂ ਨੇ ਇਸ ਮੁੱਦੇ ਨੂੰ ਹਾਈਲਾਈਟ ਕੀਤਾ ਗੋਦੀ ਮੀਡੀਆ ਰਾਹੀਂ। ਲੱਖਾ ਸਿਧਾਣਾ ਦੂਸਰੇ ਆਗੂ ਦੀਪ ਦੇ ਨਾਲ, ਉਹਨਾਂ ਦੇ ਬ੍ਰਦਰ ਨੂੰ ਚੱਕਿਆ ਗਿਆ, ਮੁੰਡੀ ਸਿਧਾਣਾ ਨੂੰ, ਉਹਨਾਂ ਦੇ ਚਾਚਾ ਜੀ ਦੇ ਬੇਟੇ ਨੂੰ। ਜੇ ਲੱਖੇ ਨੂੰ ਇੱਕ ਤਰ੍ਹਾਂ ਨਾਲ ਆਪਾਂ ਕਸੂਰਵਾਰ ਮੰਨ ਵੀ ਲਈਏ ਸਾਰੀ ਹਿੰਸਾ ਦਾ, ਤਾਂ ਫਿਰ ਬ੍ਰਦਰ ਦਾ ਕੀ ਕਸੂਰ? ਕਿਤੇ ਉਹਦੇ ਬ੍ਰਦਰ ਨੂੰ ਚੱਕਣਾ ਲੋਕਤੰਤਰ ਦਾ ਘਾਣ ਤਾਂ ਨਹੀਂ? ਬਿਲਕੁਲ ਜੀ, ਲੋਕਤੰਤਰ ਦਾ ਘਾਣ ਹੈ, ਪੰਜਾਬ ਦੇ ਅਧਿਕਾਰਾਂ ਦਾ ਘਾਣ ਹੈ। ਮੈਂ ਤਾਂ ਇਹ ਹੈਰਾਨ ਆ ਕਿ ਪੰਜਾਬ ਦਾ ਮੁੱਖ ਮੰਤਰੀ ਚੁੱਪ ਕਿਉਂ ਹੈ ਇਸ ਮਸਲੇ ਤੇ। ਦੂਜੇ ਸੂਬੇ ਦੀ, ਕੇਂਦਰ ਦੀ ਪੁਲਿਸ ਆ ਗਈ, ਕਿਵੇਂ ਪੰਜਾਬ ਦੇ ਨੌਜਵਾਨ ਨੂੰ ਲੈ ਕੇ ਇੱਥੋਂ ਚੱਕ ਕੇ ਲੈ ਗਈ ਤੇ ਕੁੱਟਤਾ ਉਹਨਾਂ ਨੇ, ਕੁੱਟਮਾਰ ਕੀਤੀ, ਕਿਵੇਂ ਕਰਤੀ? ਦੇਖੋ, ਐਜ਼ ਪਰ ਰੂਲ, ਐਜ਼ ਪਰ ਲਾਅ, ਵਿਦਆਊਟ ਪੰਜਾਬ ਗਵਰਨਮੈਂਟ ਕੰਸੈਂਟ ਕੋਈ ਬਾਹਰਲਾ ਸੂਬੇ ਦਾ ਪੁਲਿਸ ਅਫਸਰ ਆ ਕੇ ਕਿਸੇ ਬੰਦੇ ਨੂੰ ਚੱਕ ਨਹੀਂ ਸਕਦਾ। ਇਹ ਤਾਂ ਚੁੱਪ ਬੈਠੇ ਨੇ ਆਪਣੇ ਕੈਪਟਨ ਸਰਕਾਰ। ਇਹਨਾਂ ਦੇ ਲੀਡਰ ਨੂੰ, ਇਹਨਾਂ ਦੇ ਮੰਤਰੀਆਂ ਨੂੰ ਇਸ ਚੀਜ਼ ਦਾ ਜਵਾਬ ਦੇਣਾ ਚਾਹੀਦਾ ਕਿ ਦੂਜੇ ਕੇਂਦਰ ਦੀ ਪੁਲਿਸ ਕਿਵੇਂ ਆ ਗਈ, ਪੰਜਾਬ 'ਚ ਕਿਵੇਂ ਆ ਗਈ। ਕੀ ਕਾਰਨ ਆ? ਤੁਸੀਂ ਕੀ ਸੋਚਦੇ ਹੋ ਕਿ ਕੈਪਟਨ ਸਾਹਿਬ ਦਾ ਰੋਲ ਇਸ ਮਸਲੇ ਦੇ ਵਿੱਚ ਇੰਨਾ ਠੰਡਾ ਕਿਉਂ? ਕੀ ਮਜਬੂਰੀ ਹੈ ਉਹਨਾਂ ਦੀ ਕਿ ਉਹਨਾਂ ਨੂੰ ਚੁੱਪ ਕਰਕੇ ਬੈਠਣਾ ਪੈ ਰਿਹਾ? ਮੁੰਡੀ ਦੀ ਗ੍ਰਿਫਤਾਰੀ ਹੋ ਜਾਂਦੀ ਆ। ਦੇਖੋ, ਸ਼ੱਕ ਦੇ ਘੇਰੇ 'ਚ ਤਾਂ ਆਉਂਦਾ ਹੀ ਆ। ਜਦੋਂ ਆਪਾਂ ਕੈਪਟਨ ਸਾਹਿਬ ਚੁੱਪ ਬੈਠੇ ਨੇ, ਪੰਜਾਬ ਦੇ ਨੌਜਵਾਨਾਂ ਨੂੰ ਚੱਕਿਆ ਜਾ ਰਿਹਾ, ਕੁੱਟਿਆ ਜਾ ਰਿਹਾ, ਤਸ਼ੱਦਦ ਢਾਈ ਜਾ ਰਹੀ ਆ ਹੈ ਨਾ ਪੰਜਾਬ ਦੇ ਨੌਜਵਾਨਾਂ ਤੇ ਸਾਡਾ ਪੰਜਾਬ ਦਾ ਮੁਖੀ ਚੁੱਪ ਬੈਠੇ, ਦੁੱਖ ਲੱਗਦਾ। ਪੰਜਾਬ ਦੇ ਲੋਕਾਂ ਨੇ ਬਣਾਇਆ ਨਾ ਮੁੱਖ ਮੰਤਰੀ, ਤੇ ਲੋਕਾਂ ਦੀ ਹਿਫਾਜ਼ਤ ਲਈ ਬਣਾਇਆ, ਤੇ ਕਿਉਂ ਨਹੀਂ ਹਿਫਾਜ਼ਤ ਕਰ ਪਾ ਰਹੇ? ਇਹ ਤਾਂ ਪੰਜਾਬ ਸਰਕਾਰ ਨੇ ਹਿਫਾਜ਼ਤ ਕਰਨੀ ਆ ਨਾ, ਤੇ ਇਹਦਾ ਜਵਾਬ ਪੰਜਾਬ ਦੀ ਜਿਹੜੀ ਸਰਕਾਰ ਆ ਉਹਨੂੰ ਜਵਾਬ ਦੇਣਾ ਚਾਹੀਦਾ। ਬਾਈ, ਸੰਘਰਸ਼ ਤੋਂ ਪਹਿਲਾਂ ਦੀ ਗੱਲ ਕਰੀਏ, ਵੱਡੇ ਲੀਡਰਸ ਵੱਲੋਂ ਕਿਹਾ ਗਿਆ ਪੰਜਾਬ ਦੇ ਨੌਜਵਾਨਾਂ ਬਾਰੇ ਕਿ ਇਹ ਤਾਂ ਨਸ਼ੇੜੀ ਹੋ ਚੁੱਕੇ ਨੇ, ਪੰਜਾਬ ਦਾ ਨੌਜਵਾਨ ਜਿਹੜਾ ਖਤਮ ਹੋ ਚੁੱਕਿਆ। ਪੰਜਾਬ ਦੇ ਕਿਸਾਨ ਨੂੰ ਕਰਜ਼ਈ ਤੱਕ ਕਹਿ ਦਿੱਤਾ ਗਿਆ ਕਿ ਇਹ ਕਰਜ਼ਈ ਹੋ ਚੁੱਕੇ ਨੇ। ਕਿਤੇ ਨਾ ਕਿਤੇ ਇੰਨੀ ਕੁ ਪ੍ਰਾਪਤੀ ਪ੍ਰੋਫੈਸਰ ਗੁਰਨੂਰ ਦੇਖਦੇ ਨੇ ਕਿ ਜਿਹੜੇ ਦਾਗ ਆਪਣੇ ਉੱਪਰ ਲੱਗ ਗਏ ਸੀ ਪੰਜਾਬ ਦੇ ਉੱਪਰ, ਉਹ ਧੋਤੇ ਗਏ ਨੇ। ਬਿਲਕੁਲ ਜੀ, ਪੰਜਾਬ ਦੇ ਨੌਜਵਾਨਾਂ ਨੇ ਦਿਖਾਤਾ ਕਈ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਵਾਰਿਸ ਹਾਂ, ਕਰਤਾਰ ਸਿੰਘ ਸਰਾਭੇ ਦੇ ਵਾਰਿਸ ਹਾਂ, ਊਧਮ ਸਿੰਘ ਦੇ ਵਾਰਿਸ ਹਾਂ, ਰਾਜਗੁਰੂ ਸੁਖਦੇਵ ਦੇ ਵਾਰਿਸ ਹਾਂ। ਪਰਿਭਾਸ਼ਾ ਬਦਲਤੀ ਨਾ। ਜਿਹੜਾ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਇੱਕ ਟੈਗ ਲਗਾਇਆ ਜਾ ਰਿਹਾ ਸੀ ਹੈ ਨਾ, ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਪੰਜਾਬ ਦਾ ਨੌਜਵਾਨ ਨਸ਼ੇੜੀ ਹੋ ਗਿਆ, ਨਸ਼ੇੜੀ ਹੋ ਗਿਆ, ਬਦਲਤੀ ਨਾ ਪਰਿਭਾਸ਼ਾ। ਪੰਜਾਬ ਦੇ ਨੌਜਵਾਨਾਂ 'ਚ ਉਹੀ ਜਜ਼ਬਾ, ਠੀਕ ਹੈ ਨਾ, ਉਹੀ ਤੁਸੀਂ ਕਹਿ ਲਓ ਕਿ ਦਲੇਰੀ ਹੈ, ਸਾਰਾ ਕੁਝ ਹੈਗਾ ਪੰਜਾਬ ਦੇ ਨੌਜਵਾਨਾਂ 'ਚ। ਉਹਨਾਂ ਨੂੰ ਸਿਰਫ ਇੱਕ ਡਾਇਰੈਕਸ਼ਨ ਦੀ ਲੋੜ ਹੈ, ਤੇ ਉਹ ਪੰਜਾਬ ਦੇ ਨੌਜਵਾਨ ਹੁਣ ਆਪਣੀ ਆਵਾਜ਼ ਬੁਲੰਦ ਕਰਨਗੇ, ਤੇ ਪੰਜਾਬ ਦੇ ਨੌਜਵਾਨ ਪੰਜਾਬ ਨੂੰ ਬਚਾਉਣ ਲਈ ਅਗਲੀ ਲੜਾਈ ਲੜਨਗੇ। ਬਹੁਤ ਲੰਬਾ ਸਮਾਂ ਹੋ ਗਿਆ ਪ੍ਰੋਫੈਸਰ ਸਾਹਿਬ ਸੰਘਰਸ਼ ਕਰਦਿਆਂ ਨੂੰ, 5 ਮਹੀਨੇ ਤਕਰੀਬਨ ਦਿੱਲੀ ਦੇ ਵਿੱਚ ਹੋ ਗਏ। ਉਸ ਤੋਂ ਪਹਿਲਾਂ ਆਪਾਂ ਵੀ ਜ਼ਿਕਰ ਕੀਤਾ ਪੰਜਾਬ ਦੇ ਵਿੱਚ। ਹੋਰ ਕਿੰਨਾ ਲੰਬਾ ਸੰਘਰਸ਼ ਤੇ ਹੋਰ ਕਿੰਨੀਆਂ ਕੁਰਬਾਨੀਆਂ? ਦੇਖੋ ਜੀ, ਲਾਹਨਤ ਹੈ ਸਰਕਾਰ ਤੇ ਕਿ ਤੁਸੀਂ ਕਿੰਨੇ ਕੁ ਲੋਕਾਂ ਦਾ ਖੂਨ ਪੀਣਾ ਚਾਹੁੰਦੇ ਹੋ, ਕਿੰਨੀ ਕੀ ਸ਼ਹਾਦਤਾਂ ਹੋਰ ਚਾਹੁੰਦੇ ਹੋ, ਦੱਸੋ ਤਾਂ ਸੀ। ਇਹ ਤਾਂ ਮੈਨੂੰ ਲੱਗਦਾ ਕਿ ਜਿਹੜੀ ਸਾਡੀ ਸਰਕਾਰ ਹੈ ਨਾ, ਕੇਂਦਰ ਦੀ ਸਰਕਾਰ, ਇਹਨਾਂ ਦੀ ਜ਼ਮੀਰ ਵੀ ਮਰ ਗਈ, ਇਨਸਾਨੀਅਤ ਵੀ ਮਰ ਗਈ ਸੱਤਾ ਦੇ ਨਸ਼ੇ ਦੇ ਵਿੱਚ। ਇਹ ਲੋਕਾਂ ਦਾ ਦਰਦ ਨੂੰ ਸਮਝੋ। ਕਿਹੜਾ ਬੰਦਾ ਖੁਸ਼ੀ ਬੈਠਦਾ? ਇਹਨਾਂ ਨੂੰ ਕਹੋ ਇੱਕ ਦਿਨ ਲਈ ਬਾਹਰ ਰਹਿ ਕੇ ਦਿਖਾ ਦੇਣ ਸੜਕ ਤੇ, ਇੱਕ ਦਿਨ। ਜਿਹੜੇ ਸੱਤੇਦਾਰ ਆ ਨਾ, ਉੱਪਰ ਬੈਠੇ ਨੇ ਲੋਕ, ਕਾਬਜ਼ ਹੋਈ ਬੈਠੇ ਨੇ ਕੁਰਸੀਆਂ ਤੇ, ਉਹਨਾਂ ਨੂੰ ਪੁੱਛੋ ਇੱਕ ਦਿਨ ਲਈ ਤੁਸੀਂ ਬਹਿ ਕੇ ਤਾਂ ਦਿਖਾਓ। ਸਾਰੀ ਰਾਤ ਬਹਿ ਨਹੀਂ ਸਕਦੇ। 5 ਮਹੀਨੇ ਹੋ ਗਏ ਕਿਸਾਨ ਬੈਠੇ ਨੇ, ਪਹਿਲੇ ਕੜਕਦੀ ਠੰਡ 'ਚ ਬੈਠੇ ਨੇ, ਹੁਣ ਧੁੱਪ 'ਚ ਬੈਠੇ ਨੇ। ਇਹ ਤਾਂ ਸਾਡੀ ਜਿਹੜੀ ਸਰਕਾਰ ਹੈ ਨਲਾਇਕੀ ਹੈ।
ਇਹ ਤਾਂ ਸਗੋਂ ਆਪਣਾ ਮਜ਼ਾਕ ਉਡਵਾ ਰਹੀ ਹੈ ਸਾਡੀ ਸਰਕਾਰ, ਜਿਹਦੇ ਕਰਕੇ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਕਲਾਕਾਰ ਨੇ ਉਹਨਾਂ ਨੇ ਸਪੋਰਟ ਕਰਤੀ ਕਿਸਾਨਾਂ ਦੀ। ਸਿਰਫ ਐਸੇ ਗੱਲ ਕਰਕੇ ਕੀਤੀ ਨਾ ਕਿ ਜਿਹੜੀ ਸਾਡੀ ਕੇਂਦਰ ਦੀ ਸਰਕਾਰ ਆ ਨਾਕਾਮ ਹੋ ਗਈ ਆ। ਇੰਟਰਨੈਸ਼ਨਲ ਲੈਵਲ ਦੀ ਤੁਸੀਂ ਨੇ ਗੱਲ ਛੇੜੀ ਆ, ਵੱਡੇ ਵੱਡੇ ਸੈਲੀਬ੍ਰਿਟੀਜ਼ ਨੇ, ਸਵਿਟਜ਼ਰਲੈਂਡ ਦੀ ਗ੍ਰੇਟਾ, ਬਿਲਕੁਲ ਰਿਹਾਨਾ ਨੇ ਸਪੋਰਟ ਕੀਤੀ, ਟਵੀਟ ਕੀਤਾ, ਵਿਵਾਦ ਵੀ ਹੋਇਆ। ਵਿਦੇਸ਼ ਮੰਤਰਾਲੇ ਵੱਲੋਂ ਕਹਿ ਦਿੱਤਾ ਗਿਆ ਕਿ ਬਾਹਰਲੇ ਲੋਕਾਂ ਨੂੰ ਕੋਈ ਹੱਕ ਨਹੀਂ ਕਿ ਸਾਡੇ ਅੰਦਰੂਨੀ ਮਸਲੇ ਦੇ ਵਿੱਚ ਜਿਹੜਾ ਇੰਟਰਫੇਅਰ ਕਰਨ। ਬਿਲਕੁਲ। ਕਿਉਂ ਇੰਨਾ ਇੱਕ ਟਵੀਟ ਤੋਂ ਕੀ ਪ੍ਰੋਬਲਮ ਸਰਕਾਰ ਨੂੰ ਹੋ ਸਕਦੀ ਹੈ? ਜਦੋਂ ਬਾਹਰਲੇ ਦੇਸ਼ਾਂ 'ਚ, ਬਾਹਰਲੇ ਮੁਲਕਾਂ 'ਚ ਕੋਈ ਮਿਸਹੈਪ ਹੋ ਜਾਂਦਾ ਹੈ ਨਾ, ਟ੍ਰੈਜਡੀ ਹੋ ਜਾਂਦੀ ਆ, ਤੇ ਉਦੋਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਕੋ ਫਿਰ ਟਵੀਟ ਕਰਦੇ ਰਹਿੰਦੇ ਨੇ। ਕਦੇ ਬਾਹਰਲੇ ਦੇਸ਼ਾਂ ਵਾਲਿਆਂ ਨੇ ਵੀ ਕਿਹਾ ਕਿ ਤੁਸੀਂ ਸਾਡੇ ਇੰਟਰਨਲ ਮੈਟਰ 'ਚ ਇੰਟਰਫੇਅਰ ਨਾ ਕਰੋ। ਜਦੋਂ ਇਹ ਤੁਹਾਨੂੰ ਯਾਦ ਹੋਊਗਾ ਜਾਰਜ ਫਲੋਇਡ ਅਮਰੀਕਾ 'ਚ ਜਿਹਨੂੰ ਮਾਰ ਦਿੱਤਾ ਗਿਆ ਸੀ, ਠੀਕ ਹੈ ਨਾ, ਇੱਕ ਉੱਥੋਂ ਦੇ ਕੋਪ ਵੱਲੋਂ, ਤੇ ਉਦੋਂ ਸਾਰੇ ਵਰਲਡ ਦੇ ਵਿੱਚ ਉਸ ਦੀ ਨਿੰਦਾ ਕੀਤੀ ਗਈ ਸੀ, ਤੇ ਵਿੱਚ ਸਾਡੇ ਦੇਸ਼ ਦੇ ਕਲਾਕਾਰ ਵੀ ਸੀ। ਤੇ ਉਦੋਂ ਅਮਰੀਕਾ ਨੇ ਕਿਹਾ ਸੀ ਕਿ ਸਾਡੇ ਇੰਟਰਨਲ ਮੈਟਰ 'ਚ ਤੁਸੀਂ ਇੰਟਰਫੇਅਰ ਕਿਉਂ ਕਰ ਰਹੇ ਹੋ? ਦੇਖੋ, ਜਿੱਥੇ ਇਨਸਾਨੀਅਤ ਦਾ ਘਾਣ ਹੋਊਗਾ ਉੱਥੇ ਤਾਂ ਲੋਕ ਨਿਕਲਣਗੇ ਹੀ ਬਾਹਰ। ਉੱਥੇ ਤੁਸੀਂ ਕਿਵੇਂ ਅਦਾਰੇ 'ਚ ਫਸਾ ਲੋਗੇ? ਖਾਲਸਾ ਏਡ ਬਹੁਤ ਵੱਡੀ ਸੰਸਥਾ ਹੈ। ਰਵੀ ਸਿੰਘ ਜੀ ਖਾਲਸਾ ਉਹਨਾਂ ਦੇ ਜਿਹੜੇ ਹੈੱਡ ਨੇ, ਚੀਫ ਨੇ, ਹਾਂਜੀ, ਉਹਨਾਂ ਵੱਲੋਂ ਉੱਥੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਬਾਰਡਰਸ ਦੇ ਉੱਪਰ, ਚਾਹੇ ਲੰਗਰ ਦੀ ਸੁਵਿਧਾ ਹੋਵੇ, ਮਸਾਜ ਦੀ ਸੁਵਿਧਾ ਹੋਵੇ। ਉਹਨਾਂ ਦੀ ਫੰਡਿੰਗ ਦੇ ਉੱਪਰ ਬਹੁਤ ਰੌਲਾ ਪਾਇਆ ਜਾ ਰਿਹਾ ਕਿ ਇਹਨਾਂ ਨੂੰ ਫੰਡਿੰਗ ਕਿਤੇ ਗਲਤ ਅਨਸਰਾਂ ਵੱਲੋਂ ਆ ਰਹੀ ਆ। ਕੀ ਕਹੋਗੇ? ਦੇਖੋ ਜੀ, ਜਿਹੜੇ ਤਾਂ ਸਾਬਿਤ ਹੀ ਹੋ ਚੁੱਕੇ ਨੇ ਕਿ ਜਿਹੜੇ ਸਾਡੇ ਦੇਸ਼ ਦਾ ਪੈਸਾ ਲੈ ਕੇ ਭੱਜ ਚੁੱਕੇ ਨੇ, ਵਿਜੇ ਮਾਲਿਆ ਹੋ ਗਿਆ, ਨੀਰਵ ਮੋਦੀ ਹੋ ਗਿਆ, ਮੇਹੁਲ ਚੌਕਸੀ ਹੋ ਗਿਆ, ਠੀਕ ਹੈ ਨਾ, ਉਹਨਾਂ ਬਾਰੇ ਕਿਉਂ ਨਹੀਂ ਧਿਆਨ ਦਿੰਦੇ? ਜਿਹੜਾ ਕਿ ਸਾਨੂੰ ਨਜ਼ਰ ਆ ਰਿਹਾ ਕਿ ਸਾਡਾ ਪੈਸਾ, ਦੇਸ਼ ਦਾ ਪੈਸਾ ਲੈ ਕੇ ਭੱਜ ਗਿਆ, ਪਹਿਲੇ ਉਹਨਾਂ ਨੂੰ ਤਾਂ ਫੜ ਲਓ। ਜੇ ਫੰਡਿੰਗ ਆ ਰਹੀ ਹੈ ਤਾਂ ਸੇਵਾ ਲਈ ਲਗਾ ਰਿਹਾ, ਸੇਵਾ ਲਈ ਲਗਾ ਰਿਹਾ। ਨੈਸ਼ਨਲ ਲੈਵਲ ਤੇ ਆਤੰਕਵਾਦੀ ਕਿਹਾ ਗਿਆ ਰਵੀ ਸਿੰਘ ਜੀ। ਦੁੱਖ ਆ ਜੀ, ਸਾਡੇ ਦੇਸ਼ ਦਾ ਤੁਸੀਂ ਪ੍ਰੋਪੇਗੈਂਡਾ ਸਮਝੋ, ਧਰਮ ਦੇ ਨਾਮ ਤੇ ਲੜਾਉਣਾ। ਇਹਨਾਂ ਦਾ ਏਜੰਡਾ ਹੀ ਇਹ ਆ, ਧਰਮਾਂ ਦੇ ਨਾਮ ਤੇ ਵੰਡ ਦਿਓ ਲੋਕਾਂ ਨੂੰ ਤਾਂ ਜੋ ਅਸੀਂ ਪੋਲਰਾਈਜੇਸ਼ਨ ਕਰਕੇ ਵੋਟਾਂ ਲੈ ਲਈਏ, ਪਰ ਹੁਣ ਕਾਮਯਾਬ ਨਹੀਂ ਹੋਣੀ। ਇਹ ਇਸ ਵੇਲੇ ਇਨਸਾਨੀਅਤ ਨਾਲ ਚੱਲਣ ਦਾ ਸਮਾਂ ਹੈ, ਤੇ ਜਿਹੜੇ ਲੋਕ ਕਿਸਾਨਾਂ ਦਾ ਸਾਥ ਦੇ ਰਹੇ ਨਾ, ਉਹ ਇਨਸਾਨੀਅਤ ਦੇ ਪੈਰੋਕਾਰ ਨੇ। ਉਹ ਲੋਕ ਸਾਰੇ ਨਾਲ ਨੇ, ਸਾਰੇ ਵਰਗ ਦੇ ਲੋਕ ਨਾਲ ਨੇ। ਮੈਂ ਉੱਥੇ ਰਹਿ ਕੇ ਆਇਆ, ਦੱਸੋ ਕਿਹੜੇ ਧਰਮ ਦਾ ਬੰਦਾ ਉੱਥੇ ਨਹੀਂ ਹੈਗਾ? ਹਰ ਧਰਮ ਦਾ ਬੰਦਾ ਉੱਥੇ ਬੈਠਾ, ਕਿਉਂਕਿ ਉਹਨੂੰ ਪਤਾ ਇਸ ਵੇਲੇ ਸਾਡੇ ਇਨਸਾਨੀਅਤ ਦਾ ਮਸਲਾ ਹੈ, ਸਾਡੀ ਜ਼ਮੀਰਾਂ ਦਾ ਮਸਲਾ, ਸਾਡੀ ਕਿਸਾਨੀ ਦਾ ਮਸਲਾ ਹੈ। ਕਹਿੰਦੇ ਅਸੀਂ ਜੇ ਰੋਟੀ ਖਾਂਦੇ ਹਾਂ ਨਾ, ਤੇ ਕਿਸਾਨਾਂ ਦੀ ਦੇਣ ਹੈ, ਅੰਨਦਾਤਾ ਹੈ। ਕਹਿੰਦੇ ਅਸੀਂ ਕਰਜ਼ਦਾਰ ਹਾਂ, ਜੇ ਅਸੀਂ ਆਪਣੇ ਬੱਚਿਆਂ ਦਾ ਢਿੱਡ ਭਰਦੇ ਹਾਂ ਨਾ, ਤੇ ਅਸੀਂ ਕਿਸਾਨਾਂ ਦੇ ਕਰਜ਼ਦਾਰ ਹਾਂ। ਤਾਂ ਉਹ ਸਾਰੇ ਵਰਗ ਦੇ ਲੋਕ ਉੱਥੇ ਕਿਸਾਨਾਂ ਦਾ ਸਾਥ ਦੇ ਰਹੇ। ਇਹ ਸਰਕਾਰਾਂ ਨੂੰ ਜਾਗਣਾ ਚਾਹੀਦਾ ਜਿਹੜੀ ਸੁੱਤੀ ਪਈ ਹੈ। ਇੱਕ ਵਰਗ ਐਸਾ ਵੀ ਹੈ, ਇੱਕ ਧੜਾ ਐਸਾ ਵੀ ਆ, ਜੇ ਉਹਨਾਂ ਨੂੰ ਬੀਜੇਪੀ ਦੇ ਸਪੋਰਟਰ ਕਹੀਏ ਆਪਾਂ, ਇਹ ਗਲਤ ਨਹੀਂ ਹੋਊਗਾ। ਉਹ ਕਹਿੰਦੇ ਨੇ ਕਿ ਕਿਸਾਨ ਜਿਹੜਾ ਇੱਥੇ ਗਲਤ ਆ, ਜਿਹੜੇ ਖੇਤੀ ਕਾਨੂੰਨ ਨੇ ਉਹ ਸਹੀ ਨੇ, ਕਿਸਾਨਾਂ ਨੂੰ ਜਿਹੜੀ ਸਰਕਾਰ ਦੀ ਗੱਲ ਆ ਉਹ ਮੰਨਣੀ ਚਾਹੀਦੀ ਆ, ਆਪਣੇ ਧਰਨੇ ਸਮਾਪਤ ਹੋਣੇ ਚਾਹੀਦੇ ਨੇ। ਹੁਣ ਕਰੋਨਾ ਕੇਸਿਸ ਵੀ ਜਿਹੜੇ ਵੱਧ ਰਹੇ ਨੇ, ਕਹਿੰਦੇ ਆਪਣੀ ਹੈਲਥ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿਸਾਨਾਂ ਨੂੰ ਆਪਣਾ ਜਿਹੜਾ ਵਾਪਸ ਇੱਥੇ ਆਉਣਾ ਚਾਹੀਦਾ। ਜਦੋਂ ਬੰਗਾਲ ਦੇ ਵਿੱਚ ਮੋਦੀ ਜੀ, ਅਮਿਤ ਸ਼ਾਹ, ਬੀਜੇਪੀ ਦੀ ਲੀਡਰਸ਼ਿਪ ਵੱਡੀਆਂ ਵੱਡੀਆਂ ਰੈਲੀਆਂ ਕਰ ਰਹੀਆਂ, ਉਦੋਂ ਕਰੋਨਾ ਨਹੀਂ ਅੰਦੋਲਨ 'ਚ, ਹੁਣ ਤੁਹਾਨੂੰ ਕਰੋਨਾ ਨਜ਼ਰ ਆਉਣ ਲੱਗ ਗਿਆ। ਇਹ ਤਾਂ ਦੋਗਲਾਪਨ ਹੋ ਗਿਆ ਨਾ। ਤੁਸੀਂ ਕਰੋ ਤੇ ਸਭ ਕੁਝ ਜਾਇਜ਼, ਤੇ ਦੂਜੇ ਲੋਕ ਕਰਨ ਉਹ ਨਜਾਇਜ਼, ਹੈ ਨਾ। ਇਹ ਚੀਜ਼ ਸਰਕਾਰਾਂ ਦਾ ਜਿਹੜਾ ਮਖੌਟਾ ਪਾਇਆ ਹੋਇਆ ਨਾ, ਉਹ ਲੋਕਾਂ ਨੇ ਮਖੌਟਾ ਲਾਤਾ, ਉਹਨਾਂ ਨੂੰ ਬੇਨਕਾਬ ਕਰਤਾ ਹੋਇਆ। ਇਹਨਾਂ ਦੀਆਂ ਚਾਲਾਂ ਹੁਣ ਕਾਮਯਾਬ ਨਹੀਂ ਹੋਣੀਆਂ। ਪ੍ਰੋਫੈਸਰ ਸਾਹਿਬ, ਇਹ ਤਾਂ ਆਪਾਂ ਨੇ ਗੱਲ ਕੀਤੀ ਕਿਸਾਨੀ ਸੰਘਰਸ਼ ਦੀ। ਤੁਹਾਡੀ ਥੋੜ੍ਹਾ ਜਿਹਾ ਨਿੱਜੀ ਜ਼ਿੰਦਗੀ ਬਾਰੇ ਆਪਾਂ ਗੱਲਬਾਤ ਕਰੀਏ। ਤੁਸੀਂ ਵੈਸੇ ਤਾਂ ਆਪਾਂ ਦੇਖਦੇ ਹਾਂ ਸਰਕਾਰਾਂ ਦੇ ਖਿਲਾਫ ਬੋਲਦੇ ਹੋ ਰਹੀਆਂ ਬੇਇਨਸਾਫੀਆਂ ਦੇ ਖਿਲਾਫ ਬੋਲਦੇ ਹੋ। ਜਦੋਂ ਫ੍ਰੀ ਟਾਈਮ ਮਿਲਦਾ ਆਪਣਾ ਟਾਈਮ ਕਿੱਦਾਂ ਤੁਸੀਂ ਸਪੈਂਡ ਕਰਦੇ ਹੋ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਲੋਕਾਂ ਨੂੰ ਮਿਲਦਾ। ਜੇ ਮੈਨੂੰ ਫ੍ਰੀ ਟਾਈਮ ਮਿਲਦਾ, ਮੈਨੂੰ ਹੁੰਦਾ ਕਿ ਮੈਂ ਲੋਕਾਂ ਦੇ ਜਜ਼ਬਾਤਾਂ ਨੂੰ ਸੁਣਾ ਕਿ ਲੋਕ ਕੀ ਚਾਹੁੰਦੇ ਨੇ, ਕਿਉਂਕਿ ਕਹਿੰਦੇ ਆ ਕਿ ਤੁਸੀਂ ਲੋਕਾਂ ਦੇ ਦਰਦ ਨੂੰ ਸਮਝ ਹੀ ਤਾਂ ਸਕਦੇ ਜੇ ਲੋਕਾਂ ਦੇ ਵਿੱਚ ਵਿਚਰੋ, ਲੋਕਾਂ ਦੇ ਦੁੱਖ ਤਕਲੀਫਾਂ ਨੂੰ ਸਮਝੋ। ਤੇ ਮੈਂ ਦੁੱਖ ਤਕਲੀਫਾਂ ਸਮਝਣ ਦੀ ਕੋਸ਼ਿਸ਼ ਕਰਦਾ। ਤੇ ਮੰਨੋਗੇ ਸੰਸਾਰ ਜੀ, ਮੈਂ ਇੱਕ ਵਾਰੀ ਬਜ਼ੁਰਗ ਨੂੰ ਮਿਲਿਆ। ਬਜ਼ੁਰਗ ਮੈਨੂੰ ਪਤਾ ਕੀ ਕਹਿੰਦਾ, ਮਤਲਬ ਇੰਨਾ ਕੋ ਨਿਰਾਸ਼ਾ ਦਾ ਪੀੜਿਤ ਹੋ ਚੁੱਕਾ ਸੀ, ਬੇਉਮੀਦ ਹੋ ਚੁੱਕਾ ਸੀ। ਤੇ ਉਹਦੀ ਜਿਹੜੀ ਸ਼ਬਦਾਵਲੀ ਸੀ ਨਾ, ਉਹ ਮੈਂ ਤੁਹਾਨੂੰ ਦੱਸਦਾ। ਉਹ ਕਹਿੰਦਾ, ਮਾਯੂਸੀ, ਨਿਰਾਸ਼ਾ, ਮੁਸੀਬਤਾਂ, ਪਰੇਸ਼ਾਨੀਆਂ ਦੀਆਂ ਬੋਰੀਆਂ ਢੋ ਢੋ ਕੇ ਉਮੀਦ ਦਾ ਥੈਲਾ ਵੀ ਗਵਾ ਬੈਠੇ। ਉਹ ਕਹਿੰਦਾ ਕਿ ਮੈਂ ਬੇਉਮੀਦ ਹੋ ਗਿਆ ਇਹ ਬੇਈਮਾਨ ਸਰਕਾਰਾਂ ਕਰਕੇ। ਤੇ ਮੈਂ ਉਦੋਂ ਵਾਅਦਾ ਕਰਕੇ ਆਇਆ ਸੀ ਉਸ ਬਜ਼ੁਰਗ ਨੂੰ, ਬਾਪੂ ਨੂੰ, ਕਿ ਮੈਂ ਕਿਹਾ ਅਸੀਂ ਨੌਜਵਾਨ ਦੁਬਾਰਾ ਉਮੀਦ ਜਗਾਵਾਂਗੇ। ਮੈਂ ਉਦੋਂ ਇੱਕ ਗੱਲ ਵੈਸੇ ਹੀ ਕਹਿਣਾ ਹੁੰਦਾ, ਨੌਜਵਾਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਯਾਰ ਘਬਰਾਉਣ ਦੀ ਲੋੜ ਨਹੀਂ। ਜੇ ਤੁਸੀਂ ਬਾਹਰ ਨਿਕਲੋਗੇ ਤਾਂ ਪੰਜਾਬ ਨੂੰ ਅਸੀਂ ਬਚਾ ਸਕਦੇ ਹਾਂ। ਮੈਂ ਇੱਕ ਗੱਲ ਕਹਿੰਦਾ ਹੁੰਦਾ, ਪਾਣੀ 'ਚ ਤਸਵੀਰ ਬਣਾ ਸਕਦੇ ਹੋ,
ਪਾਣੀ 'ਚ ਤਸਵੀਰ ਬਣਾ ਸਕਦੇ ਹੋ, ਆਪਣੀ ਕਲਮ ਨੂੰ ਸ਼ਮਸ਼ੀਰ ਬਣਾ ਸਕਦੇ ਹੋ। ਕਾਇਰ ਨੇ ਉਹ ਲੋਕ ਜਿਹੜੇ ਤਕਦੀਰ ਤੇ ਰੋਂਦੇ ਨੇ, ਜਿੱਦਾਂ ਦੀ ਚਾਹੋ ਉੱਦਾਂ ਦੀ ਤਕਦੀਰ ਬਣਾ ਸਕਦੇ ਹੋ। ਇਹ ਅਸੀਂ ਲੋਕ ਆਪਣੀ ਤਕਦੀਰ ਲਿਖ ਸਕਦੇ ਹਾਂ ਆਪਣੀ, ਪਰ ਉਹਦੇ ਲਈ ਸਾਨੂੰ ਮੈਦਾਨ 'ਚ ਨਿਤਰਨਾ ਪੈਣਾ, ਮੈਦਾਨ 'ਚ ਆਉਣਾ ਪੈਣਾ, ਤਾਂ ਹੀ ਅਸੀਂ ਆਪਣੇ ਪੰਜਾਬ ਨੂੰ ਬਚਾ ਸਕਦੇ ਹਾਂ, ਨੌਜਵਾਨੀ ਨੂੰ ਬਚਾ ਸਕਦੇ ਹਾਂ। ਦੇਖੋ ਹਰ ਸਾਲ ਰਿਕਾਰਡ ਬੋਲਦਾ 1.5 ਲੱਖ ਬੱਚਾ ਨਿਰਾਸ਼ ਹੋ ਕੇ ਬਾਹਰ ਭੱਜ ਰਿਹਾ, ਤੇ ਸਾਡੇ ਸ਼ਹੀਦਾਂ ਦਾ ਇਹ ਸੁਪਨਾ ਨਹੀਂ ਸੀ। ਠੀਕ ਹੈ ਨਾ, ਉਹਨਾਂ ਨੇ ਜੇ ਕੁਰਬਾਨੀਆਂ ਦਿੱਤੀਆਂ ਨਾ, ਆਪਣੀ ਅਗਲੀ ਪੀੜ੍ਹੀ ਲਈ ਕੁਰਬਾਨੀਆਂ ਦਿੱਤੀਆਂ ਕਿ ਸਾਡੀ ਪੀੜ੍ਹੀ, ਅਗਲੀ ਪੀੜ੍ਹੀ ਖੁਸ਼ਹਾਲ ਰਹਿ ਸਕੇ, ਆਜ਼ਾਦ ਰਹਿ ਸਕੇ। ਪਰ ਅੱਜ ਕੀ ਹਾਲਾਤ ਬਣ ਗਏ ਕਿ ਨੌਜਵਾਨ ਜਿਨ੍ਹਾਂ ਤੋਂ ਆਜ਼ਾਦੀ ਲਈ ਅੱਜ ਉਹਨਾਂ ਕੋਲ ਭੱਜ ਰਿਹਾ ਸੀ, ਗੋਰਿਆਂ ਕੋਲ ਭੱਜ ਰਿਹਾ, ਉੱਥੇ ਜਾ ਕੇ ਆਪਾਂ ਇਹ ਕਹਿਣ 'ਤੇ ਮਜਬੂਰ ਹੋ ਗਏ ਕਿ ਅਸੀਂ ਇਸ ਦੇਸ਼ ਛੱਡ ਕੇ ਬਾਹਰ ਜਾ ਕੇ ਬਾਥਰੂਮ ਸਾਫ਼ ਕਰ ਲਾਂਗੇ, ਦਿਹਾੜੀਦਾਰ ਬਣ ਜਾਗੇ, ਪਰ ਇਸ ਦੇਸ਼ 'ਚ ਰਹਿ ਕੇ ਹੀ ਸੇਵਾ ਨਹੀਂ ਕਰਨੀ। ਇਹ ਹਾਲਾਤ ਕਿੰਨੇ ਬਣਾਏ ਆ? ਇਹ ਹਾਲਾਤਾਂ ਦਾ ਜ਼ਿੰਮੇਵਾਰ ਕੌਣ ਹੈ? ਜਦੋਂ ਇਹ ਲੋਕਾਂ ਨੇ ਸਮਝ ਲਿਆ ਤੇ ਉਸੇ ਦਿਨ ਹੀ ਬਦਲਾਅ ਆ ਜਾਊਗਾ, ਇਹ ਮੇਰਾ ਵਾਅਦਾ ਹੈ। ਹੋਰ ਕੀ ਸ਼ੌਂਕ ਨੇ? ਤਾਂ ਤੁਸੀਂ ਨੇ ਫੇਰ ਕਿ ਮੈਂ ਲੋਕਾਂ ਨੂੰ ਮਿਲਦਾ ਹਾਂ। ਹਾਂਜੀ, ਸਪੋਰਟਸ ਦਾ ਸ਼ੌਂਕ ਵੀ ਨੌਜਵਾਨ ਕਾਫੀ ਰੱਖਦੇ ਨੇ, ਬੁੱਕਸ ਵਗੈਰਾ ਦਾ, ਕਿਉਂਕਿ ਪ੍ਰੋਫੈਸਰ ਤੁਸੀਂ ਰਹੇ ਹੋ, ਹੁਣ ਜੌਬ ਛੱਡ ਕੇ ਤੁਸੀਂ ਆ ਚੁੱਕੇ ਹੋ। ਹੋਰ ਕੀ ਆਪਣੇ ਫ੍ਰੀ ਟਾਈਮ ਦੇ ਵਿੱਚ ਕਿੱਦਾਂ ਦੇ ਗੱਲਬਾਤ ਹੁੰਦੀ? ਮੈਨੂੰ ਵਰਕਆਊਟ ਦਾ ਸ਼ੌਂਕ ਹੈ, ਜਿਮਿੰਗ ਕਰਦਾ, ਫਿੱਟ ਰੱਖਦਾ ਆਪਣੇ ਆਪ ਨੂੰ, ਤੇ ਕਿਤਾਬਾਂ ਪੜ੍ਹੀ ਦੀ ਆ। ਪੋਲੀਟੀਕਲ ਜੋ ਸਿਨੈਰੀਓ ਬਣਿਆ ਹੋਇਆ ਇਸ ਵੇਲੇ, ਸਿਆਸਤ ਜੋ ਚੱਲ ਰਹੀ ਹੈ, ਉਹਨਾਂ ਨੂੰ ਆਪਣੇ ਨਜ਼ਰੀਏ ਨਾਲ ਸੋਚਦਾ ਕਿ ਕਿਵੇਂ ਇਹਨਾਂ ਦੀ ਜਿਹੜੀ ਚਾਲਾਂ ਚੱਲ ਰਹੀਆਂ ਕਿ ਲੋਕਾਂ ਨੂੰ ਮੂਰਖ ਬਣਾਉਣ ਦੀਆਂ, ਮੈਂ ਸੋਚਦਾ ਇਹਨਾਂ ਦੀ ਚਾਲ ਨੂੰ ਕਿਵੇਂ ਤੋੜਨਾ, ਇਹਨਾਂ ਦੇ ਪੈਰਲਲ ਵੀਡੀਓਜ਼ ਕਿਵੇਂ ਪਾਉਣੀਆਂ। ਮੈਂ ਸਾਰੇ, ਕਿਉਂਕਿ ਮੈਂ ਇਹ ਸੋਚਦਾ ਕਿ ਇਹ ਜਿੰਨੇ ਮਰਜ਼ੀ ਸਟ੍ਰੈਟੇਜਿਸਟ ਭਰਤੀ ਕਰ ਲੈਣ, ਜਿਸ ਦਿਨ ਪੰਜਾਬ ਦਾ ਨੌਜਵਾਨ ਜਾਗਰੂਕ ਹੋ ਗਿਆ, ਸਟ੍ਰੈਟੇਜਿਸਟ ਨੇ ਵੀ ਭੱਜ ਜਾਣਾ। ਇਹ ਕਹਿਣਾ ਇੱਥੇ ਮੈਂ ਕਾਮਯਾਬ ਨਹੀਂ ਹੋ ਸਕਦਾ, ਕਿਉਂਕਿ ਪੰਜਾਬ ਦੀ ਨੌਜਵਾਨੀ ਜਾਗ ਗਈ। ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ। ਬਹੁਤ ਬਹੁਤ ਧੰਨਵਾਦ। ਦਰਸ਼ਕੋ, ਇਹ ਸਨ ਪ੍ਰੋਫੈਸਰ ਕੋਮਲ ਗਰਨੂਰ, ਜਿਨ੍ਹਾਂ ਨੇ ਖੇਤੀ ਸੰਘਰਸ਼ ਦੇ ਬਾਰੇ ਵੀ ਗੱਲਬਾਤ ਖੁੱਲ੍ਹ ਕੇ ਕੀਤੀ। ਇਹਨਾਂ ਨੇ ਕਿਹਾ ਕਿ ਮੋਰਚਾ ਜਿਹੜਾ ਪਹਿਲਾਂ ਦੀ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਆ, ਨੌਜਵਾਨ ਪਹਿਲਾਂ ਦੀ ਤਰ੍ਹਾਂ ਕਿਸਾਨ ਆਗੂਆਂ ਦੇ ਨਾਲ ਨੇ। ਉਹ ਦਿਨ ਦੂਰ ਨਹੀਂ ਜਿਸ ਦਿਨ ਨੌਜਵਾਨ ਵਰਗ ਜਿਹੜਾ ਕਿਸਾਨ ਆਗੂਆਂ ਦੇ ਨਾਲ ਮਿਲ ਕੇ ਜਿਹੜਾ ਕਿਸਾਨੀ ਸੰਘਰਸ਼ ਆ ਜਿੱਤ ਕੇ ਅਸੀਂ ਆਪਣੇ ਘਰ ਨੂੰ ਆਵਾਂਗੇ। ਉਮੀਦ ਕਰਦੇ ਹਾਂ ਪ੍ਰੋਫੈਸਰ ਸਾਹਿਬ ਦੇ ਨਾਲ ਤੁਹਾਨੂੰ ਸਾਡੀ ਇਹ ਗੱਲਬਾਤ ਪਸੰਦ ਆਈ ਹੋਊਗੀ। ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ। ਮੈਨੂੰ ਦਿਓ ਆਗਿਆ, ਮੈਂ ਸੰਸਾਰਦੀਪ ਸਿੰਘ, ਸ਼ਹਿਰ ਲੁਧਿਆਣਾ ਤੋਂ। ਧੰਨਵਾਦ ਜੀ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।